Hello everyone, welcome to Victor's Knowledge. This is Chinu Sharma, and today I am going to take up with you a very important topic from Indian economy. So Indian economy ਨੂੰ ਲੈ ਕੇ ਆਪਣੇ ਦੋ ਟੌਪਿਕ ਆਲਰੇਡੀ ਕਵਰ ਹੋ ਚੁੱਕੇ ਨੇ। ਮੈਂ ਉਹਨਾਂ ਦੋਨਾਂ ਵੀਡੀਓਜ਼ ਦਾ ਲਿੰਕ ਤੁਹਾਡੇ ਨਾਲ ਡਿਸਕ੍ਰਿਪਸ਼ਨ ਬਾਕਸ ਵਿੱਚ ਸ਼ੇਅਰ ਕਰ ਦੂੰਗੀ। ਸੋ ਇੱਕ ਤਾਂ ਹੋ ਗਿਆ ਆਪਣਾ ਨੈਸ਼ਨਲ ਇਨਕਮ ਦੇ ਕਨਸੈਪਟ, ਦੂਜਾ ਹੋ ਗਿਆ ਆਪਣਾ ਬੇਸਿਕ ਇੰਟਰੋਡਕਸ਼ਨ ਆਫ ਇਕਨੋਮਿਕਸ ਜਿਹਦੇ ਅੰਦਰ ਆਪਾਂ ਨੇ 5 year plans पढ़े। सो बेसिकली अपना इंट्रोडक्टरी पार्ट ऑलरेडी कवर हो चुके हैं। नाल ही जब आप पंजाब इकोनॉमी की गल करिए तो मैं बजट ते इकनॉमिक सर्वे भी थोड़े नाल पूरे एक्सक्लूसिवली डिटेल विच डिस्कस कर चुकी हाँ। सो हुण मैं थोड़े नाल थर्ड टॉपिक लेके आई हाँ, दैट इज इकोनॉमिक रिफॉर्म्स 1991। सो जिहदे अंदर आपां LPG पॉलिसीज पढ़ांगे। सो सब तो पहला अपने लिए ये जानना जरूरी है भी इकनॉमिक्स की आपां पढ़ाई करते क्यों। सो इकनॉमिक्स का पंजाबी दे विच मतलब हुंदा है आर्थिकता। सो किसी भी देश की, स्टेट की, राज की जो आपां आर्थिक हालत बारे उत्थों दे लोकां किन्नी उन्हां कोल कैपेसिटी है, अर्निंग कैपेसिटी किन्नी है, ਉਹ किन्नी चंगी तरह रोजगार दे विच ने, ਉਹ पढ़े लिखे किन्ने ने, उन्हां दी लाइफस्टाइल किन्नी है, उन्हां दे कोल रोटी कपड़ा मकान ਜਿਹੜੀਆਂ ਬੇਸਿਕ ਨੈਸੈਸਿਟੀਜ਼ ਹੁੰਦੀਆਂ ਨੇ ਇੱਕ ਲਾਈਫ ਨੂੰ ਜੀਣ ਦੇ ਲਈ, ਸੋ ਉਹ ਹੈਗੀਆਂ ਨੇ ਜਾਂ ਨਹੀਂ ਹੈਗੀਆਂ। ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਜੋੜ ਹੈ, ਇਕੱਠ ਆ, ਜਦੋਂ ਆਪਾਂ ਉਹਦੀ ਸਟੱਡੀ ਕਰਦੇ ਹਾਂ ਤਾਂ ਉੱਥੋਂ ਨਿਕਲ ਕੇ ਆਉਂਦਾ ਇਕਨੋਮਿਕਸ ਸਬਜੈਕਟ। ਆਈ ਹੋਪ ਤੁਹਾਨੂੰ ਇੰਨਾ ਕਲੀਅਰ ਹੋ ਗਿਆ ਹੋਊਗਾ ਵੀ ਆਰਥਿਕਤਾ ਕਿਸੇ ਦੇਸ਼ ਦੀ, ਕਿਸੇ ਸੁਸਾਇਟੀ ਦੀ, ਸਟੇਟ ਦੀ, ਚਾਹੇ ਅਗਰ ਆਪਾਂ ਪੰਜਾਬ ਦੀ ਗੱਲ ਲੈ ਕੇ ਚੱਲ ਪੋ ਕਿ ਪੰਜਾਬ ਦੀ ਆਰਥਿਕ ਹਾਲਤ ਦੀ ਜਦੋਂ ਗੱਲ ਕਰਾਂਗੇ ਤਾਂ ਆਪਾਂ ਉੱਥੇ ਪੰਜਾਬ ਦੀ ਇਕਨੋਮੀ ਬਾਰੇ ਪੜਾਂਗੇ। ਸੋ ਹੁਣ ਗੱਲ ਆਉਂਦੀ ਹੈ ਇੰਡੀਆ ਦੀ, ਆਪਣੇ ਦੇਸ਼ ਦੀ, ਭਾਰਤ ਦੀ। ਇੰਡੀਆ ਦੀ ਜਿਹੜੀ ਆਰਥਿਕ ਹਾਲਤ ਹੈ ਉਹ ਜਦੋਂ 1990 ਦਾ ਸਮਾਂ ਸੀ, 90s ਦਾ ਸਮਾਂ ਸੀ, ਉਦੋਂ ਬਹੁਤ ਜ਼ਿਆਦਾ ਵਿਗੜ ਗਈ ਸੀ। ਬਹੁਤ ਮੇਜਰ ਕ੍ਰਾਈਸਿਸ ਆਇਆ ਸੀ, ਬਾਹਰੋਂ ਫੋਰਨ ਤੋਂ ਇੰਨਾ ਜ਼ਿਆਦਾ ਕਰਜ਼ਾ ਲਿਆ ਹੋਇਆ ਸੀ। ਸੋ ਇੰਡੀਆ ਦੇ ਉੱਤੇ ਹਰ ਤਰ੍ਹਾਂ ਦੇ ਨਾਲ ਇੱਕ ਬਰਡਨ ਸੀ, ਪੂਰਾ ਦਾ ਪੂਰਾ ਫਾਈਨੈਂਸ਼ੀਅਲ ਪੈਸੇ ਨੂੰ ਲੈ ਕੇ ਮੰਦੀ ਆਈ ਹੋਈ ਸੀ ਆਪਣੀ ਸਰਕਾਰ ਕੋਲ। ਸੋ ਆਪਣੀ ਸਰਕਾਰ ਕਿੱਥੇ ਗਈ? ਆਪਣੀ ਸਰਕਾਰ ਗਈ ਵਰਲਡ ਬੈਂਕ। ਵਰਲਡ ਬੈਂਕ ਕੀ ਹੈ? ਜਿਹੜਾ ਪੂਰੀ ਦੁਨੀਆ ਦਾ ਸਭ ਤੋਂ ਟੌਪ ਹਾਈਐਸਟ ਬੈਂਕ ਹੈ, ਹਰ ਕਿਸੇ ਦੀ ਮਦਦ ਕਰਦਾ। ਸੋ ਇੰਡੀਆ ਦੇ ਕੋਲ India's economy in the early 90s faced a major crisis followed by a foreign exchange crunch that pushed the economy down. The country exhausted its foreign exchange reserve, ਜੋ ਵੀ ਬਾਹਰਲਾ ਪੈਸਾ ਸੀ, ਬਾਹਰਲਾ ਐਕਸਚੇਂਜ ਕਰਨ ਦੇ ਲਈ, ਲੈਣ ਦੇਣ ਕਰਨ ਦੇ ਲਈ ਇੱਕ ਕਰੰਸੀ ਹੁੰਦੀ, ਰੱਖੀ ਹੁੰਦੀ ਆਪਾਂ ਨੇ, ਆਪਣੀ ਸਰਕਾਰ ਨੇ, ਉਹ ਪੂਰੀ ਦੀ ਪੂਰੀ ਕਰੰਸੀ ਖਤਮ ਹੋ ਗਈ ਸੀ। ਸੋ ਇੰਡੀਆ ਨੇ ਆਪਣੀ ਇੱਕ ਨਵੀਂ ਇਕਨੋਮਿਕ ਪਾਲਿਸੀ, ਹੁਣ ਆਰਥਿਕ ਹਾਲਤ ਨੂੰ ਠੀਕ ਤਾਂ ਕਰਨਾ ਹੀ ਸੀ, ਦੇਸ਼ ਨੂੰ ਮੰਦੀ ਤੋਂ ਬਚਾਉਣਾ ਸੀ। ਸੋ ਸਰਕਾਰਾਂ ਨੇ ਫੈਸਲਾ ਲਿਆ ਵੀ ਆਪਾਂ ਨੂੰ ਇੱਕ ਨਵੀਂ ਆਰਥਿਕ ਪਾਲਿਸੀ ਬਣਾਉਣੀ ਪਊ ਦੇਸ਼ ਦੀ ਇਕਨੋਮੀ ਨੂੰ ਬਚਾਉਣ ਲਈ। ਸੋ ਉਹ ਗਏ ਇਸ ਪਾਲਿਸੀ ਦੇ ਅੰਤਰਗਤ ਇੰਟਰਨੈਸ਼ਨਲ ਬੈਂਕ ਕੋਲ, IBRD, ਵਰਲਡ ਬੈਂਕ। ਸੋ ਉੱਥੇ ਜਾ ਕੇ ਵਰਲਡ ਬੈਂਕ ਨੇ ਕੁਝ ਸ਼ਰਤਾਂ ਰੱਖੀਆਂ। ਸੋ ਉਹ ਸ਼ਰਤਾਂ ਨੂੰ ਮੰਨ ਕੇ ਉਸ ਤੋਂ ਬਾਅਦ ਜਿਹੜੀ ਆਪਣੀ ਦੇਸ਼ ਦੀ ਇਹ ਹਾਲਤ ਸੀ ਇਹ ਥੋੜੀ ਠੀਕ ਹੋਈ। ਉਹ ਸ਼ਰਤਾਂ ਕੀ ਨੇ ਉਹ ਆਪਾਂ ਅੱਗੇ ਜਾ ਕੇ ਪੜਾਂਗੇ। ਉਰੇ ਤੁਸੀਂ ਦਿਮਾਗ ਦੇ ਵਿੱਚ ਇੱਕ ਬੈਕਗਰਾਉਂਡ, ਇੱਕ ਕਹਾਣੀ ਤਿਆਰ ਕਰ ਲਓ ਵੀ ਆਪਾਂ 1990 ਦੇ ਸਮੇਂ 'ਚ ਬੈਠੇ ਹਾਂ, ਆਪਣੀ ਸਰਕਾਰ ਕੋਲ ਪੈਸਾ ਖਤਮ ਹੋ ਗਿਆ, ਬਾਹਰੋਂ ਕਰਜ਼ੇ ਲਏ ਹੋਏ ਨੇ, ਕਰਜ਼ਾ ਮੋੜਨ ਦੇ ਲਈ US ਡਾਲਰ ਦੀ ਜਿਹੜੀ ਕਰੰਸੀ ਹੈ ਉਹਦੇ ਵਿੱਚ ਜਿਹੜੇ ਫੋਰਨ ਐਕਸਚੇਂਜ ਰਿਜ਼ਰਵ ਰੱਖੇ ਹੁੰਦੇ ਨੇ, RBI ਨੇ ਆਪਣੇ ਸਭ ਤੋਂ ਸੈਂਟਰਲ ਬੈਂਕ ਨੇ, ਟੌਪ ਏਪੈਕਸ ਬੈਂਕ ਹੈ ਜਿਹੜਾ ਇੰਡੀਆ ਦਾ ਹਾਈਐਸਟ ਬੈਂਕ ਹੈ, ਉਹਦੇ ਕੋਲ ਸਭ ਕੁਝ ਖਤਮ ਹੋ ਗਿਆ। ਸੋ ਹੁਣ ਆਪਣੇ ਦੇਸ਼ ਤੇ ਬਹੁਤ ਮੁਸੀਬਤ ਆ ਗਈ। ਆਪਾਂ ਜਦੋਂ ਹੁਣ ਆਪਣੇ ਦੇਸ਼ ਦੀ ਹੈਲਪ RBI ਨਹੀਂ ਕਰ ਸਕਦਾ, ਆਪਣੇ ਦੇਸ਼ ਦਾ ਟੌਪ ਬੈਂਕ ਨਹੀਂ ਕਰ ਸਕਦਾ, ਤਾਂ ਆਪਾਂ ਹੁਣ ਕਿਹਦੇ ਕੋਲ ਜਾਵਾਂਗੇ? ਜਿਹੜਾ RBI ਤੋਂ ਵੀ ਵੱਡਾ ਹੈ, ਵਰਲਡ ਬੈਂਕ। ਸੋ ਉਸ ਸਮੇਂ ਦੀ ਸਰਕਾਰ ਕਿਹੜੀ ਸੀ? ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ। ਸੋ ਉਸ ਸਮੇਂ ਨਰਸਿਮਹਾ ਰਾਓ ਦੀ ਸਰਕਾਰ ਸੀ, 1991 ਦਾ ਸਮਾਂ ਸੀ। ਸੋ ਹੁਣ ਜਿਹੜੀਆਂ ਮੇਜਰ ਇਕਨੋਮਿਕ ਰਿਫਾਰਮ ਤਬਦੀਲੀਆਂ ਕਰਨੀਆਂ ਪਈਆਂ ਆਪਣੇ ਦੇਸ਼ ਦੀ ਆਰਥਿਕ ਹਾਲਤ ਨੂੰ ਸੁਧਾਰਨ ਦੇ ਲਈ।
ਸੋ ਉਹਨੂੰ ਆਪਾਂ ਦੋ ਹੈਡਸ ਦੇ ਵਿੱਚ ਪੜਾਂਗੇ। ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਜਾਣ ਲਓ ਵੀ ਇਕਨੋਮਿਕ ਰਿਫਾਰਮਸ ਹੁੰਦੀਆਂ ਕੀ ਨੇ। ਦੂਜੇ ਨੰਬਰ ਤੇ ਜਿਹੜੀਆਂ ਇਹ ਨਵੀਆਂ ਇਕਨੋਮਿਕ ਪਾਲਿਸੀਆਂ ਲਿਆਂਦੀਆਂ 1991 ਦੀਆਂ, ਇਹਨਾਂ ਨੂੰ ਆਪਾਂ ਦੋ ਹੈਡਸ 'ਚ ਪੜਾਂਗੇ। ਸੋ ਇਕਨੋਮਿਕ ਰਿਫਾਰਮ ਦਾ ਮਤਲਬ ਹੈ ਸੈਟ ਆਫ ਪਾਲਿਸੀ ਰੂਲ ਰੈਗੂਲੇਸ਼ਨ ਟੂ ਅਚੀਵ ਇਕਨੋਮਿਕ ਗਰੋਥ। ਇਹ ਜਿਹੇ ਰੂਲ ਤਿਆਰ ਕਰਕੇ ਦੇਤੇ ਆਪਾਂ ਨੂੰ ਵਰਲਡ ਬੈਂਕ ਨੇ ਕਿ ਜੇ ਤਾਂ ਤੁਸੀਂ ਇਹਨਾਂ ਨੂੰ ਮੰਨ ਲਿਆ ਤਾਂ ਤੁਹਾਡੀ ਆਰਥਿਕ ਹਾਲਤ ਸੁਧਰ ਜੂ, ਨਹੀਂ ਤੁਸੀਂ ਹੋਰ ਨੀਚੇ ਚਲੇ ਜਾਓਗੇ। ਸੋ ਇਹ ਹੈ ਇਕਨੋਮਿਕ ਰਿਫਾਰਮ। ਰਿਫਾਰਮ ਦਾ ਮਤਲਬ ਹੁੰਦਾ ਚੇਂਜ, ਤਬਦੀਲੀ। ਸੋ ਆਰਥਿਕ ਹਾਲਤ ਨੂੰ ਬਦਲਣ ਦੇ ਲਈ ਜਿਹੜੀਆਂ ਨਵੀਆਂ ਪਾਲਿਸੀਆਂ ਲਿਆਂਦੀਆਂ, ਸਰਕਾਰ ਨੇ ਆਪਣੀਆਂ ਨੀਤੀਆਂ ਲਿਆਂਦੀਆਂ, ਉਹਨਾਂ ਨੂੰ ਆਪਾਂ ਸਿੰਪਲ ਸ਼ਬਦਾਂ 'ਚ ਇਕਨੋਮਿਕ ਰਿਫਾਰਮ ਕਹਾਂਗੇ। ਸੋ ਇਹਦੀ ਲੋੜ ਕਿਉਂ ਪਈ, ਇਕਨੋਮਿਕ ਰਿਫਾਰਮ ਲੈ ਕੇ ਆਉਣ ਦੀ ਲੋੜ ਕਿਉਂ ਪਈ? ਪਹਿਲਾ ਪੁਆਇੰਟ, ਪਬਲਿਕ ਸੈਕਟਰ ਜਿਹੜੀਆਂ ਸਰਕਾਰੀ ਆਰਗੇਨਾਈਜੇਸ਼ਨ ਸੀ ਉਹ ਬਿਲਕੁਲ ਜ਼ੀਰੋ ਹੋ ਗਿਆ ਸੀ, ਉਹ ਬਿਲਕੁਲ ਵੀ ਵਧੀਆ ਪਰਫਾਰਮ ਨਹੀਂ ਸੀ ਕਰ ਰਹੀਆਂ। ਬਿਊਰੋਕਰੇਟਸ ਦੀ ਉਹ 'ਚ ਇਨਵੋਲਵਮੈਂਟ ਸੀ, ਕਰਪਸ਼ਨ ਬਹੁਤ ਜ਼ਿਆਦਾ ਸੀ। ਐਡਵਰਸ ਬੈਲੈਂਸ ਆਫ ਪੇਮੈਂਟ। ਸੋ ਇਹ ਜਿਹੜੇ ਕੰਸੈਪਟ ਨੇ ਇਹ ਵਨ ਬਾਏ ਵਨ ਮੈਂ ਤੁਹਾਡੇ ਨਾਲ ਡਿਸਕਸ ਕਰੂੰਗੀ, ਅਲੱਗ ਤੋਂ ਪੂਰਾ ਇਹਨਾਂ ਉੱਤੇ ਟੌਪਿਕ ਆਊਗਾ, ਪਰ ਹਜੇ ਮੈਂ ਤੁਹਾਨੂੰ ਸਿਰਫ ਇੱਕ ਬੇਸਿਕ ਨੌਲੇਜ ਦਊਂਗੀ ਹਰ ਟੌਪਿਕ ਦੀ। ਬੈਲੈਂਸ ਆਫ ਪੇਮੈਂਟ ਦਾ ਤੁਸੀਂ ਉਹਦੇ ਮਤਲਬ ਸਮਝ ਲਓ। ਜਦੋਂ ਕਿਸੇ ਵੀ ਦੇਸ਼ ਦੀ ਇੰਪੋਰਟ ਐਕਸਪੋਰਟ ਦੇ ਵਿੱਚ ਜ਼ਿਆਦਾ ਉੱਪਰ ਨੀਚੇ ਡਿਫਰੈਂਸ ਆ ਜਾਵੇ, ਮਤਲਬ ਕਿ ਆਪਾਂ ਕਿਸੇ ਤੋਂ ਬਾਹਰੋਂ ਸਮਾਨ ਜ਼ਿਆਦਾ ਲਿਆ ਪਰ ਆਪਾਂ ਘੱਟ ਵੇਚ ਰਹੇ ਹਾਂ, ਆਪਾਂ ਨੇ ਇੰਪੋਰਟ ਜ਼ਿਆਦਾ ਕਰ ਲਈ, ਆਪਾਂ ਐਕਸਪੋਰਟ ਘੱਟ ਕਰ ਰਹੇ ਹਾਂ, ਇਹਨੂੰ ਵੈਸੇ ਤਾਂ ਆਪਾਂ ਬੈਲੈਂਸ ਆਫ ਟ੍ਰੇਡ ਕਹਿੰਦੇ ਆ, ਪਰ ਬੈਲੈਂਸ ਆਫ ਪੇਮੈਂਟ ਦੇ ਅੰਦਰ ਹੀ ਇਹ ਕੰਸੈਪਟ ਆਉਂਦਾ। ਜਦੋਂ ਕਹਿੰਦੇ ਬੈਲੈਂਸ ਆਫ ਪੇਮੈਂਟ ਬਾਹਰੋਂ ਪੈਸਾ ਘੱਟ ਆਵੇ ਤੇ ਇਧਰੋਂ ਪੈਸਾ ਜ਼ਿਆਦਾ ਜਾਵੇ, ਇੰਡੀਆ ਦੇ ਵੱਲੋਂ ਜ਼ਿਆਦਾ ਜਾ ਰਿਹਾ, ਇੰਡੀਆ ਆਪਣਾ ਸਮਾਨ ਵੇਚ ਨਹੀਂ ਪਾ ਰਿਹਾ ਪਰ ਬਾਹਰੋਂ ਆਪਾਂ ਨੂੰ ਲੈਣਾ ਪਈ ਜਾ ਰਿਹਾ, ਸੋ ਉਹਦੇ ਨਾਲ ਕੀ ਹੈ, ਇੱਕ ਐਡਵਰਸ ਹੋ ਰਿਹਾ ਬੈਲੈਂਸ ਆਫ ਪੇਮੈਂਟ, ਮਤਲਬ ਕਿ ਆਪਣਾ ਪੈਸਾ ਜਾ ਰਿਹਾ ਆਪਣੇ ਕੋਲ ਆ ਘਟ ਰਿਹਾ, ਤਾਂ ਇਹਦਾ ਕੀ ਹੈ, ਨੈਗੇਟਿਵ ਇੰਪੈਕਟ ਹੈ ਪੂਰੇ ਦੇਸ਼ ਦੀ ਆਰਥਿਕ ਹਾਲਤ ਤੇ। ਸੋ ਇਹ ਤਾਂ ਬਹੁਤ ਆਬਵੀਅਸ ਜੀ ਚੀਜ਼ ਆ, ਆਪਾਂ ਸਿੰਪਲ ਵੀ ਸਮਝ ਸਕਦੇ ਹਾਂ ਕਿ ਜੇ ਆਪਣੇ ਕੋਲ ਮੰਨ ਲਓ 100 ਰੁਪਏ ਹੈ, ਆਪਣੇ ਕੋਲ ਆ ਜ਼ੀਰੋ ਰਿਹਾ ਪਰ ਆਪਣੇ ਖਰਚੇ ਇੰਨੇ ਨੇ ਕਿ ਆਪਣਾ 100 ਦੇ ਵਿੱਚੋਂ 90 ਰੁਪਏ ਖਰਚ ਹੋ ਗਏ। ਸੋ ਹੁਣ ਕੀ ਹੈ, ਆਪਣੇ ਕੋਲ ਆਇਆ ਤਾਂ ਜ਼ੀਰੋ ਹੈ, ਸੋ ਆਪਾਂ ਨੂੰ 90 ਰੁਪਏ ਜਿਹੜੇ ਆਪਣੇ ਕੋਲ ਸੀਗੇ ਉਹਦਾ ਵੀ ਨੁਕਸਾਨ ਹੋ ਗਿਆ। ਸੋ ਨੈਗੇਟਿਵ ਇੰਪੈਕਟ ਹੈ, ਹੁਣ ਆਪਣੀ ਆਰਥਿਕ ਹਾਲਤ ਹੈ ਜਿਹੜੀ ਉਹ ਬਹੁਤ ਬੁਰੀ ਹੈ। ਦੂਜੀ ਸਾਈਡ ਜੇ ਮੰਨ ਲਓ ਆਪਣੇ ਕੋਲ 100 ਰੁਪਏ ਸੀ ਤੇ ਮੈਨੂੰ ਆ ਗਿਆ 100 ਰੁਪਇਆ ਹੋਰ, ਤਾਂ ਉਰੇ ਹੁਣ ਮੇਰੇ ਕੋਲ 200 ਰੁਪਇਆ ਹੋ ਗਿਆ, ਮੇਰੀ ਉਰੇ ਆਰਥਿਕ ਹਾਲਤ ਕਿੰਨੀ ਜ਼ਿਆਦਾ ਵਧੀਆ ਹੋ। ਕਿਤੇ ਤਾਂ ਆਪਣੇ ਕੋਲ 10 ਰੁਪਏ ਬਚ ਗਏ, 100 ਚੋਂ 90 ਵੀ ਚਲੇ ਗਏ, ਕਿਤੇ ਆਪਣੇ ਕੋਲ 100 ਹੋਰ ਆ ਕੇ 200 ਬਣ ਗਈ। ਸੋ ਉਰੇ 200 ਵਾਲੀ ਜਿਹੜੀ ਜਗ੍ਹਾ ਹੈ ਉਹ ਹੋਊਗੀ ਇੱਕ ਪੋਜ਼ਿਟਿਵ ਸਰਪਲਸ ਬੈਲੈਂਸ ਆਫ ਪੇਮੈਂਟ, ਉਰੇ ਹੈ ਆਪਣੇ ਕੋਲ ਐਡਵਰਸ। 1991 ਦੇ ਸਮੇਂ ਆਪਣੀ ਜਿਹੜੀ ਇੰਡੀਆ ਦੀ ਸਰਕਾਰ ਸੀ ਇਹਦਾ ਪੈਸਾ ਸਿਰਫ ਜਾਈ ਜਾ ਰਿਹਾ ਸੀ ਬਾਹਰ, ਆ ਬਿਲਕੁਲ ਨਹੀਂ ਸੀ ਰਿਹਾ। ਫਿਰ ਹੈ ਫਾਲ ਇਨ ਫੋਰਨ ਐਕਸਚੇਂਜ ਰਿਜ਼ਰਵ। ਸੋ ਇਹੀ ਸੇਮ ਪੁਆਇੰਟ ਇਹਦੇ ਨਾਲ ਰਿਲੇਟਡ ਹੈ ਕਿ ਬਾਹਰਲੀ ਕਰੰਸੀ, ਬਾਹਰੋਂ ਪੈਸਾ ਨਹੀਂ ਆ ਰਿਹਾ ਸੀ। ਫਿਰ ਸਰਕਾਰ ਦੇ ਉੱਤੇ ਕਰਜ਼ੇ ਬਹੁਤ ਸੀ, ਜਿੰਨੀਆਂ ਸਰਕਾਰੀ ਸੈਕਟਰ ਦੀਆਂ ਆਰਗੇਨਾਈਜੇਸ਼ਨ ਸੀ, ਫੈਕਟਰੀਆਂ ਸੀ, ਇੰਡਸਟਰੀਆਂ ਸੀ, ਬਹੁਤ ਜ਼ਿਆਦਾ ਪੂਅਰ ਪਰਫਾਰਮ ਕਰ ਰਹੀਆਂ ਸੀ, ਮਹਿੰਗਾਈ ਬਹੁਤ ਜ਼ਿਆਦਾ ਹੋ ਰਹੀ ਸੀ। ਫਿਰ ਲਾਸਟ ਵਿੱਚ ਵਰਲਡ ਬੈਂਕ ਤੇ ਜਿਹੜਾ ਇੰਟਰਨੈਸ਼ਨਲ ਮੋਨੇਟਰੀ ਫੰਡ ਹੈ IMF, ਇਹ ਦੋ ਜਾਣਿਆਂ ਨੇ ਮਿਲ ਕੇ ਆਪਾਂ ਨੂੰ ਨਵੀਆਂ ਪਾਲਿਸੀਆਂ ਤਿਆਰ ਕਰਨ ਨੂੰ ਕਹਿਤਾ। ਸੋ ਇਹੀ ਸਾਰੇ ਕਾਰਨ ਸੀ ਜਿਨ੍ਹਾਂ ਕਰਕੇ ਆਪਾਂ ਨੂੰ ਆਪਣੀ ਨਵੀਆਂ ਇਕਨੋਮਿਕ ਪਾਲਿਸੀਆਂ ਤਿਆਰ ਕਰਨੀਆਂ ਪਈਆਂ। ਇਹ 1991 ਦੀ ਇਕਨੋਮਿਕ ਰਿਫਾਰਮ ਆਈ। ਆਈ ਹੋਪ ਤੁਹਾਨੂੰ ਬੇਸਿਕ ਕੰਸੈਪਟ ਸਾਰਾ ਕਲੀਅਰ ਹੋ ਗਿਆ ਹੋਊਗਾ। ਸੋ ਉਸ ਤੋਂ ਬਾਅਦ ਹੁਣ ਆਪਾਂ ਉਰੇ ਆ ਜਾਂਦੇ ਹਾਂ ਵੀ ਇਹ ਜਿਹੜੀ ਨਵੀਂ ਇਕਨੋਮਿਕ ਰਿਫਾਰਮ ਆਈ ਇਹਦੇ ਅੰਦਰ ਪਾਲਿਸੀਆਂ ਕਿਸ ਕੈਟੇਗਰੀ ਦੀਆਂ ਸੀ। ਸੋ ਨੰਬਰ 1 ਤੇ ਸੀ ਸਟੇਬਲਾਈਜੇਸ਼ਨ ਮੈਜਰ, ਨੰਬਰ 2 ਸਟਰਕਚਰਲ ਰਿਫਾਰਮ ਮੈਜਰ। ਸਟੇਬਲਾਈਜੇਸ਼ਨ ਮੈਜਰ ਦਾ ਮਤਲਬ ਹੈ ਕਿ ਜਿਹੜੀਆਂ ਚੀਜ਼ਾਂ ਡਿਸਬੈਲੈਂਸ ਹੋ ਰਹੀਆਂ ਨੇ, ਉੱਪਰ ਨੀਚੇ ਜਾ ਰਹੀਆਂ, ਜਿਵੇਂ ਉਰੇ ਆਪਾਂ ਨੇ ਪੜ੍ਹਿਆ ਕਿ ਇੰਪੋਰਟ ਜ਼ਿਆਦਾ ਐਕਸਪੋਰਟ ਘੱਟ ਆ, ਪਹਿਲੇ ਨੰਬਰ ਤੇ ਤਾਂ ਕਹਿੰਦੇ ਇਹਨਾਂ ਨੂੰ ਸਟੇਬਲ ਕਰੋ, ਸਹੀ ਕਰੋ। ਦੂਜੇ ਨੰਬਰ ਤੇ ਮਹਿੰਗਾਈ ਨੂੰ ਕੰਟਰੋਲ 'ਚ ਲੈ ਕੇ ਆਓ। ਫਿਰ ਸਟਰਕਚਰ ਦੇ ਵਿੱਚ ਤਬਦੀਲੀ ਕਰਨ ਦਾ ਮਤਲਬ ਹੈ ਕਿ ਆਪਾਂ ਨੇ ਆਪਣੇ ਦੇਸ਼ ਦੀ ਜਿਹੜੀ ਇੰਡਸਟਰੀ ਹੈ, ਬਿਜ਼ਨਸ ਹੈ, ਉਹਨੂੰ ਹੋਰ ਐਕਸਪੈਂਡ ਕਰਨਾ ਹੈ ਵਰਲਡ ਲੈਵਲ ਤੇ। ਜਿੰਨੀਆਂ ਵੀ ਕੋਈ ਟਫ ਰਿਸਟ੍ਰਿਕਸ਼ਨ ਲਗਾਈਆਂ ਹੋਈਆਂ ਸੀ, ਪਾਲਿਸੀ ਸੀ,
ਜਿੰਨਾ ਕਰਕੇ ਆਪਣੇ ਦੇਸ਼ ਦਾ ਜਿਹੜਾ ਬਿਜ਼ਨਸ ਹੈ ਉਹ ਬਾਹਰ ਜ਼ਿਆਦਾ ਗਰੋ ਨਹੀਂ ਸੀ ਕਰ ਪਾ ਰਿਹਾ। ਸੋ ਕਹਿੰਦੇ ਉਹ ਸਾਰੀਆਂ ਚੀਜ਼ਾਂ ਨੂੰ ਹਟਾ ਦਿਓ, ਬਿਲਕੁਲ ਫ੍ਰੀ ਕਰ ਦਿਓ, ਲਿਬਰਲ ਕਰ ਦਿਓ, ਸੌਖੇ ਤਰੀਕੇ ਨਾਲ ਟ੍ਰੇਡ ਨੂੰ ਅਲਾਉ ਕਰ ਦਿਓ। ਸੋ ਆਪਾਂ ਹੁਣ ਜੋ ਮੇਜਰ ਅੱਜ ਪੜ੍ਹਨਾ ਹੈ ਉਹ ਆਪਾਂ ਨੇ ਸਟਰਕਚਰਲ ਰਿਫਾਰਮ ਬਾਰੇ ਪੜ੍ਹਨਾ ਹੈ 3 ਹੈਡਸ ਦੇ ਅੰਦਰ। ਸੋ ਹੁਣ ਮੈਂ ਤੁਹਾਨੂੰ ਉਰੇ ਲੈ ਕੇ ਜਾ ਰਹੀ ਹਾਂ ਉੱਪਰ। ਸੋ ਤੁਸੀਂ ਇਸ ਬਾਕਸ ਦੇ ਵਿੱਚ ਦੇਖ ਸਕਦੇ ਹੋ ਲੌਂਗ ਟਰਮ, ਲੰਬੇ ਸਮੇਂ ਦੇ ਲਈ ਜਿਹੜੀਆਂ ਸਟਰਕਚਰਲ ਰਿਫਾਰਮ ਕੀਤੀਆਂ ਉਹ 3 ਕੈਟੇਗਰੀਜ਼ ਡਿਵਾਈਡ ਹੁੰਦੀਆਂ ਨੇ। ਨੰਬਰ 1 ਲਿਬਰਲਾਈਜੇਸ਼ਨ, ਨੰਬਰ 2 ਪ੍ਰਾਈਵੇਟਾਈਜੇਸ਼ਨ, ਨੰਬਰ 3 ਗਲੋਬਲਾਈਜੇਸ਼ਨ। ਇਹਨਾਂ ਨੂੰ ਆਪਾਂ ਸ਼ਾਰਟ ਵਿੱਚ LPG ਪਾਲਿਸੀਆਂ ਵੀ ਕਹਿੰਦੇ ਆ। ਸੋ ਹੁਣ ਆਪਾਂ 1 ਬਾय 1 ਇਹ ਸਾਰੀਆਂ ਪਾਲਿਸੀਜ਼ ਨੂੰ ਪੜਾਂਗੇ। ਪਹਿਲੇ ਨੰਬਰ ਤੇ ਆਪਾਂ ਗੱਲ ਕਰਾਂਗੇ ਲਿਬਰਲਾਈਜੇਸ਼ਨ ਦੀ। ਤੁਸੀਂ ਇੰਨਾ ਵੱਡੇ ਵੱਡੇ ਵਰਡਸ ਨੂੰ ਦੇਖ ਕੇ ਬਿਲਕੁਲ ਡਰਨਾ ਨਹੀਂ ਹੈ। ਤੁਸੀਂ ਇਹ ਪੂਰੇ ਕਨਸੈਪਟ ਨੂੰ, ਪੂਰੀ ਇਕਨੋਮਿਕਸ ਦੀ ਪੜ੍ਹਾਈ ਨੂੰ ਕੋਈ ਟੈਕਨੀਕਲ ਸੋਚ ਕੇ ਨਹੀਂ ਪੜ੍ਹਨਾ। ਤੁਸੀਂ ਆਪਣੇ ਆਪ ਨਾਲ, ਆਪਣੀ ਰੋਜ਼ ਦੀ ਜ਼ਿੰਦਗੀ ਦੇ ਨਾਲ ਜੇ ਇਹ ਚੀਜ਼ਾਂ ਨੂੰ, ਇਹ ਕਨਸੈਪਟ ਨੂੰ ਰਿਲੇਟ ਕਰਕੇ ਪੜ੍ਹੋਗੇ ਤਾਂ ਆਈ ਐਮ ਸ਼ੋਰ ਕਿ ਤੁਹਾਨੂੰ ਬਹੁਤ ਜ਼ਿਆਦਾ ਸੌਖੇ ਤਰੀਕੇ ਨਾਲ ਚੀਜ਼ਾਂ ਨੂੰ ਸਮਝਣ ਆਉਣਗੀਆਂ। ਸੋ ਤੁਸੀਂ ਹਰ ਸਿਚੁਏਸ਼ਨ ਦੇ ਵਿੱਚ ਆਪਣੇ ਆਪ ਨੂੰ ਜੇ ਰੱਖ ਕੇ ਪੜੋਗੇ, ਈਵਨ ਉਹ ਅਨਐਮਪਲੋਇਮੈਂਟ ਦਾ ਕੰਸੈਪਟ ਹੈ, ਪੋਵਰਟੀ ਹੈ, ਹਿਊਮਨ ਰਿਸੋਰਸ ਹੈ, ਜਾਂ ਬੈਲੈਂਸ ਆਫ ਪੇਮੈਂਟ ਹੈ, ਫੋਰਨ ਐਕਸਚੇਂਜ ਹੈ, ਹਰ ਟੌਪਿਕ ਦੇ ਵਿੱਚ ਤੁਸੀਂ ਉਸ ਸਿਚੁਏਸ਼ਨ ਦੇ ਵਿੱਚ ਅੰਦਰ ਵੜ ਕੇ ਟੌਪਿਕ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਤੁਹਾਨੂੰ ਸਾਰੇ ਦੇ ਸਾਰੇ ਕੰਸੈਪਟ ਆਪਣੇ ਆਪ ਕਲੀਅਰ ਹੋਣਗੇ। ਸੋ ਲਿਬਰਲਾਈਜੇਸ਼ਨ, ਲਿਬਰਲ ਪਹਿਲਾਂ ਤਾਂ ਵਰਡ ਚੋਂ ਅੱਡ ਕੱਢ ਲਓ। ਲਿਬਰਲ ਦਾ ਮਤਲਬ ਹੁੰਦਾ ਹੈ ਸੌਖਾ, ਫ੍ਰੀ, ਫ੍ਰੀडम। ਸੋ ਏਮ ਕੀ ਸੀ, ਬੇਸਿਕ ਮਕਸਦ ਕੀ ਸੀ ਲਿਬਰਲਾਈਜੇਸ਼ਨ ਪਾਲਿਸੀ ਨੂੰ ਲੈ ਕੇ ਆਉਣ ਦਾ? ਕਹਿੰਦੇ ਜੋ ਵੀ ਆਪਣੇ ਦੇਸ਼ ਦੀ ਗਰੋਥ ਵਿੱਚ, ਡਿਵੈਲਪਮੈਂਟ ਵਿੱਚ ਚੀਜ਼ਾਂ ਅੜਚਨ ਪਾ ਰਹੀਆਂ ਸੀ, ਰੁਕਾਵਟ ਪੈਦਾ ਕਰ ਰਹੀਆਂ ਸੀ, ਹਿੰਡਰੈਂਸ ਬਣ ਰਹੀਆਂ ਸੀ, ਉਹ ਸਾਰੀਆਂ ਚੀਜ਼ਾਂ ਤੋਂ ਕਹਿੰਦੇ ਮੁਕਤੀ ਪਾ ਲਓ, ਲਿਬਰਲ ਹੋ ਜਾਓ, ਆਜ਼ਾਦ ਹੋ ਜਾਓ। ਉਸ ਤੋਂ ਬਾਅਦ ਕਹਿੰਦੇ ਜਿਹੜਾ ਸਰਕਾਰ ਦਾ ਜ਼ਿਆਦਾ ਕੰਟਰੋਲ ਸੀ, ਗਵਰਨਮੈਂਟ ਆਰਗੇਨਾਈਜੇਸ਼ਨ ਜ਼ਿਆਦਾ ਸੀ, ਪਬਲਿਕ ਸੈਕਟਰ ਜ਼ਿਆਦਾ ਸੀ, ਹੁਣ ਕਹਿੰਦੇ ਉਹ ਚੀਜ਼ ਨੂੰ ਵੀ ਆਪਾਂ ਨੂੰ ਖਤਮ ਕਰਨਾ ਪਊ। ਜ਼ਿਆਦਾ ਤੋਂ ਜ਼ਿਆਦਾ ਆਪਾਂ ਨੂੰ ਪ੍ਰਾਈਵੇਟ ਸੈਕਟਰ ਨੂੰ ਲੈ ਕੇ ਆਉਣਾ ਪਊ। ਸੋ ਜੇ ਪ੍ਰਾਈਵੇਟ ਸੈਕਟਰ ਜ਼ਿਆਦਾ ਹੋ ਤਾਂ ਦੇਸ਼ ਵਿੱਚ ਆਪਣੀ ਮਰਜ਼ੀ ਨਾਲ ਲੋਕ ਜ਼ਿਆਦਾ ਕੰਮ ਕਰ ਸਕਣਗੇ। ਸੋ ਮੇਨ ਆਬਜੈਕਟਿਵਸ ਹੁਣ ਆਪਾਂ ਪੁਆਇੰਟਰਸ ਵਿੱਚ ਪੜ੍ਹ ਲੈਂਦੇ ਹਾਂ। ਸੋ ਪਹਿਲਾ ਸੀ ਲਿਬਰਲਾਈਜੇਸ਼ਨ ਲੈ ਕੇ ਆਉਣ ਦਾ ਕਿ ਆਪਣੇ ਦੇਸ਼ ਦੇ ਅੰਦਰ ਜੋ ਵੀ ਡੋਮੈਸਟਿਕ ਇੰਡੀਆ ਦੀਆਂ ਇੰਡਸਟਰੀਜ਼ ਨੇ, ਫੈਕਟਰੀਜ਼ ਨੇ, ਉਹਨਾਂ ਦਾ ਜਿਹੜਾ ਕੰਪੀਟੀਸ਼ਨ ਹੈ ਉਹਨੂੰ ਆਪਾਂ ਇਨਕਰੀਜ਼ ਕਰੀਏ। ਜਿਹੜਾ ਇਹ ਪਬਲਿਕ ਪ੍ਰਾਈਵੇਟ ਦਾ ਭੇਦਭਾਵ ਹੈ ਕਹਿੰਦੇ ਇਹਨੂੰ ਖਤਮ ਕਰੋ। ਜੋ ਚਾਹੇ ਕੋਈ ਛੋਟੇ ਲੈਵਲ ਦੀ ਇੰਡਸਟਰੀ ਹੈ, ਵੱਡੇ ਲੈਵਲ ਦੀ ਹੈ, ਹਰ ਕੋਈ ਡਿਵੈਲਪ ਹੋ ਸਕੇ, ਇਹੋ ਜਿਹੀਆਂ ਪਾਲਿਸੀਆਂ, ਆਸਾਨ ਪਾਲਿਸੀਆਂ ਤਿਆਰ ਕਰੋ। ਫਿਰ ਕਹਿੰਦੇ ਜ਼ਿਆਦਾ ਤੋਂ ਜ਼ਿਆਦਾ ਫੋਰਨ ਟ੍ਰੇਡ ਨੂੰ ਤੁਸੀਂ ਪਰਮਿਸ਼ਨ ਦਿਓ। ਤੁਸੀਂ ਕੀ ਕਰਨਾ ਹੈ, ਪਹਿਲਾਂ ਤਾਂ ਕੀ ਸੀ ਕਿ ਜਿਹੜੇ ਲਾਇਸੈਂਸ ਵਗੈਰਾ ਲੈਂਦੇ ਸੀਗੇ ਉਹ ਬਹੁਤ ਜ਼ਿਆਦਾ ਟਫ ਹੁੰਦੇ ਸੀ, ਬਾਹਰਲੀਆਂ ਕੰਟਰੀਆਂ ਨੂੰ ਅਲਾਉਡ ਨਹੀਂ ਸੀ। ਤੇ ਚਲੋ ਇਹਦੇ ਪਿੱਛੇ ਵੀ ਆਪਾਂ ਸਰਕਾਰ ਦਾ ਇੱਕ ਜਿਹੜਾ ਉਹਨਾਂ ਦਾ ਜਾਇਜ਼ ਡਰ ਸੀ ਉਹਨੂੰ ਸਮਝ ਸਕਦੇ ਹਾਂ ਕਿ ਅੰਗਰੇਜ਼ ਆਪਣੇ ਦੇਸ਼ ਦੇ ਵਿੱਚ ਟ੍ਰੇਡ ਕਰਨ ਲਈ ਆਏ ਸੀ ਤੇ ਕਿੰਨੇ ਸਾਲ ਆਪਾਂ ਨੂੰ ਗੁਲਾਮ ਰੱਖਿਆ। ਬਟ ਹੁਣ ਲੋਕ ਅਵੇਅਰ ਹੋ ਗਏ, ਜ਼ਿਆਦਾ ਮਾਡਰਨਾਈਜੇਸ਼ਨ ਆ ਚੁੱਕੀ ਸੀ। 1991 ਦਾ ਜਿਹੜਾ ਸਮਾਂ ਹੈ ਉਹ ਬਹੁਤ ਜ਼ਿਆਦਾ ਪੁਰਾਣਾ ਸਮਾਂ ਨਹੀਂ ਹੈ। ਸੋ ਇਸੇ ਲਈ ਕਹਿੰਦੇ ਇਸ ਟਾਈਮ ਸਰਕਾਰ ਨੂੰ ਆਪਣੀ ਸੋਚ ਬਦਲਣ ਦੀ ਲੋੜ ਸੀ, ਇਸ ਡਰ ਤੋਂ ਉੱਭਰਨਾ ਚਾਹੀਦਾ ਸੀ। ਫੋਰਨ ਟ੍ਰੇਡਰਸ ਨੂੰ ਇੰਡੀਆ ਦੇ ਵਿੱਚ ਇਨਵੈਸਟਮੈਂਟ ਕਰਨ ਦੀ ਪਰਮਿਸ਼ਨ ਹੈ ਜਿਹੜੀ ਉਹ ਦੇਣੀ ਚਾਹੀਦੀ ਸੀ। ਸੋ ਉਸ ਤੋਂ ਬਾਅਦ ਕਹਿੰਦੇ ਫੋਰਨ ਕੈਪੀਟਲ, ਫੋਰਨ ਟੈਕਨੋਲੋਜੀ, ਇਹਦੇ 'ਚ ਜ਼ਿਆਦਾ ਇਨਹੈਂਸਮੈਂਟ ਹੋਵੇ। ਇਹਦੇ ਨਾਲ ਕੀ ਹੈ, ਇੱਕ ਤਾਂ ਪਹਿਲੇ ਨੰਬਰ ਤੇ ਜਦੋਂ ਫੋਰਨ ਦੀਆਂ ਕੰਟਰੀਆਂ ਇੰਡੀਆ 'ਚ ਆਉਣਗੀਆਂ ਤਾਂ ਇੰਡੀਆ ਦੇ ਲੋਕਾਂ ਨੂੰ ਰੁਜ਼ਗਾਰ ਮਿਲੂ, ਇੰਡੀਆ 'ਚ ਅਨਐਮਪਲੋਇਮੈਂਟ ਦੀ ਪ੍ਰੋਬਲਮ ਕੰਟਰੋਲ 'ਚ ਆਊ। ਆਪਾਂ ਨੂੰ ਜਦੋਂ ਮਾਡਰਨਾਈਜ਼ ਵੇਜ਼ ਦਾ ਪਤਾ ਲੱਗੂ ਤਾਂ ਉਹਦੇ ਨਾਲ ਓਵਰਆਲ ਆਪਾਂ ਵਰਲਡ ਲੈਵਲ ਤੇ, ਗਲੋਬਲ ਲੈਵਲ ਤੇ ਜ਼ਿਆਦਾ ਕੰਪੀਟ ਕਰ ਪਵਾਂਗੇ। ਬਾਕੀ ਜਿਹੜੀਆਂ ਵੱਡੀਆਂ ਵੱਡੀਆਂ ਕੰਟਰੀਜ਼ ਨੇ ਉਹਨਾਂ ਦੇ ਆਪਾਂ ਨਾਲ ਮੋਢਾ ਜੋੜ ਕੇ ਖੜ ਸਕਾਂਗੇ ਜਦੋਂ ਆਪਾਂ ਨੂੰ ਇੱਕ ਵਧੀਆ ਟੈਕਨੋਲੋਜੀ ਦੀ ਨੌਲੇਜ ਹੋ। ਉਸ ਤੋਂ ਬਾਅਦ ਕਹਿੰਦੇ ਗਲੋਬਲ ਮਾਰਕੀਟ ਨੂੰ ਐਕਸਪੈਂਡ ਕਰੋ, ਇਹ ਆਪਾਂ ਗੱਲ ਪੜ੍ਹ ਚੁੱਕੇ ਹਾਂ। ਦੈਨ ਜਿਹੜਾ ਕੰਟਰੀ ਤੇ ਕਰਜ਼ਾ ਹੈ, ਉਹਦਾ ਇੰਨਾ ਬਰਡਨ ਹੈ, ਭਾਰ ਹੈ, ਸਭ ਤੋਂ ਪਹਿਲਾਂ ਕਹਿੰਦੇ ਉਹਨੂੰ ਘਟਾਉਣ ਦੀ ਕੋਸ਼ਿਸ਼ ਕਰੋ। ਸੋ ਇਹ ਸੀ ਮੇਨ ਕੁਝ ਮਕਸਦ ਲਿਬਰਲਾਈਜੇਸ਼ਨ ਪਾਲਿਸੀ ਦੇ ਪਿੱਛੇ। ਸੋ ਸੈਕਿੰਡ ਆਉਂਦੀ ਆਪਣੇ ਕੋਲ ਪ੍ਰਾਈਵੇਟਾਈਜੇਸ਼ਨ। ਪ੍ਰਾਈਵੇਟ ਵਰਡ ਦਾ ਹੀ ਮਤਲਬ ਹੈ ਕਿ ਪ੍ਰਾਈਵੇਟ ਇੰਡੀਵਿਜੂਅਲ,
ਚਾਹੇ ਉਰੇ ਆਪਾਂ ਕੱਲੇ ਇੰਡੀਵਿਜੂਅਲ ਦੀ ਗੱਲ ਕਰ ਲਈਏ, ਕਿਸੇ ਕੱਲੇ ਇਨਸਾਨ ਦੀ, ਜਾਂ ਕੋਈ ਗੈਰ ਸਰਕਾਰੀ ਪ੍ਰਾਈਵੇਟ ਆਰਗੇਨਾਈਜੇਸ਼ਨ ਦੀ ਗੱਲ ਕਰੀਏ। ਸੋ ਪ੍ਰਾਈਵੇਟ ਦਾ ਮਤਲਬ ਹੈ ਜੋ ਚੀਜ਼ ਵੀ ਸਰਕਾਰ ਦੇ ਕੰਟਰੋਲ ਦੇ ਅੰਦਰ ਨਹੀਂ ਹੈਗੀ, ਜਾਂ ਤਾਂ ਤੁਸੀਂ ਉਰੇ ਇਹ ਮੰਨ ਕੇ ਚੱਲ ਪਓ ਕਿ ਸਰਕਾਰ ਦਾ ਬਿਲਕੁਲ ਕੰਟਰੋਲ ਨਹੀਂ ਹੈ, ਜਾਂ ਜਿੱਥੇ 51% ਸ਼ੇਅਰ ਕਿਸੇ ਵੀ ਇੰਡਸਟਰੀ 'ਚ, ਫੈਕਟਰੀ 'ਚ, ਕੰਪਨੀ 'ਚ ਪ੍ਰਾਈਵੇਟ ਦੇ ਨੇ ਤੇ 49% ਸ਼ੇਅਰ ਗਵਰਨਮੈਂਟ ਦੇ ਨੇ, ਤਾਂ ਉੱਥੇ ਵੀ ਉਹ ਮੰਨਿਆ ਜਾਊ ਕਿ ਉਹ ਇੱਕ ਪ੍ਰਾਈਵੇਟ ਇੰਡਸਟਰੀ ਹੀ ਹੈ। So second step ਸੀਗਾ 3 policies of LPG. It is the increment of the dominating role of private sector companies and the reduced role of public sector. So private sector ਦਾ ਰੋਲ ਵਧਾਤਾ, public ਦਾ ਘੱਟ ਕਰਤਾ। ਸੋ ਇਹਦੇ ਨਾਲ ਕੀ ਸੀ ਕਿ ਜਿਹੜੀ ਓਨਰਸ਼ਿਪ ਸੀ, ਮੈਂ ਤੁਹਾਨੂੰ ਦੱਸਿਆ ਕਿ ਓਨਰਸ਼ਿਪ ਮੈਨੇਜਮੈਂਟ ਘਟਾਤੀ, ਚਾਹੇ ਸਰਕਾਰ ਦਾ ਹਿੱਸਾ ਹੈਗਾ ਪਰ ਉਹਨਾਂ ਨੇ ਜ਼ਿਆਦਾ ਜਿਹੜਾ ਕੰਮ ਹੈ, ਜ਼ਿਆਦਾ ਰਿਸਪੌਂਸਿਬਿਲਿਟੀ ਪ੍ਰਾਈਵੇਟ ਨੂੰ ਦੇਤੀ, ਕਿਉਂਕਿ ਸਰਕਾਰ ਨੂੰ ਹੁਣ ਸਮਝ ਆ ਗਈ ਸੀ ਕਿ ਸਭ ਕੁਝ ਅਸੀਂ ਕਰੀਏ ਇਹ ਪੋਸੀਬਲ ਨਹੀਂ ਹੈ, ਆਪਾਂ ਨੂੰ ਪ੍ਰਾਈਵੇਟ ਲੋਕਾਂ ਨੂੰ ਥੋੜੀ ਜਿਹੀ ਫਲੈਕਸੀਬਿਲਿਟੀ, ਲਿਬਰਲਾਈਜੇਸ਼ਨ ਦੇਣ ਦੀ ਜ਼ਰੂਰਤ ਹੈ। ਸੋ ਆਪਾਂ ਟਰਸਟ ਕਰੀਏ ਪ੍ਰਾਈਵੇਟ ਦੇ ਹੱਥ ਵਿੱਚ ਜਿਹੜੀਆਂ ਇੰਡਸਟਰੀਜ਼ ਨੇ ਉਹਨਾਂ ਨੂੰ ਦਈਏ, ਉਹ ਆਪਣਾ ਕੋਈ ਵਧੀਆ ਟੈਕਨੋਲੋਜੀ, ਆਪਣਾ ਇਨੋਵੇਟਿਵ ਕ੍ਰੀਏਟਿਵ ਦਿਮਾਗ ਲਗਾ ਕੇ ਜਿਹੜੇ ਆਪਣੇ ਦੇਸ਼ ਦੇ ਉੱਤੇ ਇੱਕ ਆਰਥਿਕ ਮੰਦੀ ਚੱਲ ਰਹੀ ਹੈ ਇਹਦੇ ਤੋਂ ਆਪਾਂ ਨੂੰ ਕੱਢਣ ਦੇ ਵਿੱਚ ਹੈਲਪ ਕਰ ਸਕਣ। ਸੋ ਸਰਕਾਰ ਨੇ ਪ੍ਰਾਈਵੇਟਾਈਜੇਸ਼ਨ ਦੋ ਤਰੀਕੇ ਦੇ ਨਾਲ ਕੀਤੀ, ਬਾਈ ਡਿਸਇਨਵੈਸਟਮੈਂਟ, ਬਾਈ ਵਿਡਰਾਅਲ ਆਫ ਗਵਰਨਮੈਂਟ ਓਨਰਸ਼ਿਪ ਐਂਡ ਮੈਨੇਜਮੈਂਟ ਆਫ ਪਬਲਿਕ ਸੈਕਟਰ ਕੰਪਨੀ। ਸੋ ਡਿਸਇਨਵੈਸਟਮੈਂਟ ਕੀ ਹੈ, ਇਹ ਤਾਂ ਬਹੁਤ ਵਾਰੀ ਕੁਐਸਚਨ 'ਚ ਆਇਆ ਤੇ ਐਗਜ਼ਾਮੀਨਰਸ ਦਾ ਇਹ ਫੇਵਰੇਟ ਕੁਐਸਚਨ ਹੈ ਕਿ ਡਿਸਇਨਵੈਸਟਮੈਂਟ ਦਾ ਮਤਲਬ ਕੀ ਹੈ। ਡਿਸਇਨਵੈਸਟਮੈਂਟ ਦਾ ਮਤਲਬ ਹੈ, ਜੋ ਮੈਂ ਤੁਹਾਨੂੰ 51 ਤੇ ਏਵਲੀ ਸ਼ੇਅਰਸ ਵਾਲਾ ਕੰਸੈਪਟ ਸਮਝਾਇਆ ਕਿ ਕੁਝ ਸ਼ੇਅਰ ਪਬਲਿਕ ਦੇ ਹਟਾ ਕੇ ਉੱਥੇ ਪ੍ਰਾਈਵੇਟ ਦੇ ਪਾਤੇ, ਉਹਨੂੰ ਕਹਿੰਦੇ ਆਪਾਂ ਡਿਸਇਨਵੈਸਟਮੈਂਟ। ਜਦੋਂ ਇੱਕ ਸਰਕਾਰੀ ਕੰਪਨੀ ਆਪਣੇ ਸ਼ੇਅਰਸ ਪ੍ਰਾਈਵੇਟ ਨੂੰ ਵੇਚ ਦੇਵੇ ਤਾਂ ਉਹਨੂੰ ਆਪਾਂ ਕਹਿੰਦੇ ਆ ਡਿਸਇਨਵੈਸਟਮੈਂਟ। ਦੂਜੀ ਗੱਲ ਹੈ, ਜੇ 100% ਪੂਰੀ ਦੀ ਪੂਰੀ ਤਰ੍ਹਾਂ ਇੱਕ ਪ੍ਰਾਈਵੇਟ ਸਰਕਾਰੀ ਆਰਗੇਨਾਈਜੇਸ਼ਨ ਆਪਣੇ ਆਪ ਨੂੰ ਇੱਕ ਪ੍ਰਾਈਵੇਟ ਦੇ ਕੋਲ ਵੇਚ ਦੇਵੇ। ਸੋ ਪ੍ਰਾਈਵੇਟਾਈਜੇਸ਼ਨ ਦੀਆਂ ਕੁਝ ਕਿਸਮਾਂ ਨੇ। ਪਹਿਲੀ ਹੈ ਡੀਨੈਸ਼ਨਲਾਈਜੇਸ਼ਨ ਔਰ ਸਟ੍ਰੈਟੇਜਿਕ ਸੇਲ, ਜਦੋਂ 100% ਗਵਰਨਮੈਂਟ ਓਨਰਸ਼ਿਪ ਹੈ ਜਿਹੜੀ ਉਹ ਪ੍ਰਾਈਵੇਟ ਪਲੇਅਰ ਦੇ ਕੋਲ ਚਲੀ ਜਾਵੇ ਤਾਂ ਇਹਨੂੰ ਆਪਾਂ ਜਿਹੜਾ ਇਹ ਵਾਲਾ ਆਪਣੇ ਕੰਸੈਪਟ ਪੜਿਆ ਇਹਦਾ ਅਸਲੀ ਨਾਮ ਉਰੇ ਆ ਗਿਆ ਡੀਨੈਸ਼ਨਲਾਈਜੇਸ਼ਨ। ਨੈਕਸਟ ਹੈ ਪਾਰਸ਼ੀਅਲ ਪ੍ਰਾਈਵੇਟਾਈਜੇਸ਼ਨ। ਇਹ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ, ਜਦੋਂ ਪ੍ਰਾਈਵੇਟ ਦੇ ਕੋਲ 50 ਤੋਂ ਜ਼ਿਆਦਾ ਸ਼ੇਅਰ ਹੋਣ, 50 ਮਤਲਬ ਚਾਹੇ 51% ਹੀ ਹੋਣ, ਉੱਥੇ ਇਹ ਮੰਨਿਆ ਜਾਓ ਕਿ ਹੁਣ ਅਸਲੀ ਕੰਟਰੋਲ ਹੈ ਜਿਹੜਾ ਸਬਸਟੈਂਸ਼ੀਅਲ ਮਤਲਬ ਵੱਡਾ ਕੰਟਰੋਲ ਹੈ ਪੂਰੀ ਫੰਕਸ਼ਨਿੰਗ ਦਾ, ਅਟੋਨਮੀ ਦਾ ਕੰਪਨੀ ਤੇ, ਉਹ ਕਿਹਦਾ, ਪ੍ਰਾਈਵੇਟ ਦਾ। ਸੋ ਲਾਸਟ ਹੈ ਡੈਫੀਸਿਟ ਪ੍ਰਾਈਵੇਟਾਈਜੇਸ਼ਨ ਟੋਕਨ। ਜਦੋਂ ਸਰਕਾਰ ਸਿਰਫ ਥੋੜੇ ਜਿਹੇ ਸ਼ੇਅਰ ਪ੍ਰਾਈਵੇਟ ਦੇ ਕੋਲ ਪਾਵੇ, ਮਤਲਬ 5-10% ਇੰਨੇ ਸ਼ੇਅਰ ਕਿ ਉਹਨੂੰ ਥੋੜਾ ਬਹੁਤ ਪ੍ਰਾਈਵੇਟ ਪ੍ਰੋਫਿਟ ਦੇ ਕੇ ਕਮਾ ਕੇ ਸਰਕਾਰ ਨੂੰ ਦੇ ਸਕੇ। ਸੋ ਜਦੋਂ ਸਰਕਾਰ ਆਪਣੇ ਬਜਟ ਨੂੰ, ਜਿਹੜੇ ਉਹਦੀ ਇਨਕਮ ਐਕਸਪੈਂਡੀਚਰ ਦੇ ਵਿੱਚ ਇੰਬੈਲੈਂਸ ਆਇਆ ਹੋਇਆ, ਉਹਦੇ ਖਰਚੇ ਤੇ ਜਿਹੜੀ ਕਮਾਈ ਹੈ ਉਹਦੇ ਵਿੱਚ ਕੁਝ ਅਪ ਡਾਊਨ ਚੱਲ ਰਹੇ ਨੇ, ਉਹ ਅਪ ਡਾਊਨ ਨੂੰ ਪੂਰਾ ਕਰਨ ਦੇ ਲਈ ਜਦੋਂ ਪ੍ਰਾਈਵੇਟ ਦੀ ਮਦਦ ਲੈਂਦੀ ਹੈ ਥੋੜੇ ਜਿਹੇ ਸ਼ੇਅਰ ਖਰੀਦ ਕੇ, ਤਾਂ ਉੱਥੇ ਆਪਾਂ ਗੱਲ ਕਰਦੇ ਹਾਂ ਡੈਫਿਸਿਟ ਪ੍ਰਾਈਵੇਟਾਈਜੇਸ਼ਨ ਜਾਂ ਫਿਰ ਟੋਕਨ ਪ੍ਰਾਈਵੇਟਾਈਜੇਸ਼ਨ। ਉਸ ਤੋਂ ਬਾਅਦ ਕਹਿੰਦੇ ਆਬਜੈਕਟਿਵ, ਮਕਸਦ ਕੀ ਸੀ ਪ੍ਰਾਈਵੇਟਾਈਜੇਸ਼ਨ ਦਾ। ਪਹਿਲਾ ਸਭ ਤੋਂ ਇੰਪੋਰਟੈਂਟ ਕਿ ਦੇਸ਼ ਦੀ ਜਿਹੜੀ ਮੰਦੀ ਚੱਲ ਰਹੀ ਹੈ, ਫਾਈਨੈਂਸ਼ੀਅਲ ਸਿਚੁਏਸ਼ਨ ਹੈ, ਆਪਾਂ ਨੇ ਉਹਨੂੰ ਸੁਧਾਰਨਾ। ਪਬਲਿਕ ਸੈਕਟਰ ਦੇ ਉੱਤੇ ਜਿਹੜਾ ਵਰਕਲੋਡ ਹੈ ਉਹ ਘਟਾਉਣਾ। ਕਹਿੰਦੇ ਸਰਕਾਰ ਕੀ ਕੰਮ ਕਰੇ, ਸਰਕਾਰ ਦਾ ਕੰਮ ਹੈ ਲੋਕਾਂ ਦੀ ਭਲਾਈ। ਸੋ ਕਹਿੰਦੇ ਬੈਟਰ ਹੈ ਕਿ ਪ੍ਰਾਈਵੇਟ ਸੈਕਟਰ ਇੰਡਸਟਰੀ ਵੱਲ ਧਿਆਨ ਦੇਵੇ, ਸਰਕਾਰ ਹੈ ਜਿਹੜੀ ਉਹ ਲੋਕਾਂ ਦੀਆਂ ਵੈਲਫੇਅਰ ਪਾਲਿਸੀ ਦੇ ਲਈ ਜ਼ਿਆਦਾ ਫੋਕਸ ਕਰੇ। ਦੈਨ ਡਿਸਇਨਵੈਸਟਮੈਂਟ ਦੇ ਵਿੱਚੋਂ ਫੰਡਸ ਰੇਜ਼ ਕਰਨੇ ਕਿ ਜੋ ਸਰਕਾਰ ਨੇ ਆਪਣੇ ਤੇ ਭਰੋਸਾ ਕਰਕੇ ਆਪਾਂ ਨੂੰ ਜ਼ਿਆਦਾ ਸ਼ੇਅਰ ਦੇਤੇ, 51% ਸ਼ੇਅਰ ਦੇਤੇ, ਹੁਣ ਆਪਾਂ ਸਰਕਾਰ ਦੀ ਮਦਦ ਕਰੀਏ, ਉਹਨਾਂ ਨੂੰ ਕੁਝ ਫੰਡਸ ਰੇਜ਼ ਕਰਕੇ ਦਈਏ। ਫਿਰ ਉਸ ਤੋਂ ਬਾਅਦ ਕਹਿੰਦੇ ਜੋ ਸਰਕਾਰੀ ਆਰਗੇਨਾਈਜੇਸ਼ਨ ਦਾ ਕੰਟਰੋਲ ਹੁਣ ਪ੍ਰਾਈਵੇਟ ਕੋਲ ਆ ਗਿਆ, ਪ੍ਰਾਈਵੇਟਾਈਜੇਸ਼ਨ ਦਾ ਮਕਸਦ ਸੀ ਕਿ ਉਹ ਆਰਗੇਨਾਈਜੇਸ਼ਨਸ ਨੂੰ ਹੁਣ ਆਪਾਂ ਵਧੀਆ ਤਰ੍ਹਾਂ ਚਲਾ ਕੇ ਦਿਖਾਈਏ। ਸੋ ਇਨਕਰੀਜ਼ ਦ ਐਫੀਸ਼ੀਐਂਸੀ ਆਫ ਗਵਰਨਮੈਂਟ ਆਰਗੇਨਾਈਜੇਸ਼ਨ। ਬਾਕੀ ਕਹਿੰਦੇ ਇੰਡੀਆ ਦੇ ਵਿੱਚ ਫੋਰਨ ਦੀ ਡਾਇਰੈਕਟ ਇਨਵੈਸਟਮੈਂਟ ਨੂੰ ਆਪਾਂ ਜ਼ਿਆਦਾ ਤੋਂ ਜ਼ਿਆਦਾ ਐਨਕਰੇਜ ਕਰੀਏ। ਸੋ ਇਹਦੇ ਨਾਲ ਕੀ ਹੈ, ਮੈਂ ਤੁਹਾਨੂੰ ਆਲਰੇਡੀ ਪਿੱਛੇ ਵੀ ਸਮਝਾਇਆ ਲਿਬਰਲਾਈਜੇਸ਼ਨ ਦੇ ਅੰਦਰ
ਕਿ ਜਦੋਂ ਆਪਾਂ ਜ਼ਿਆਦਾ ਫੋਰਨ ਡਾਇਰੈਕਟ ਇਨਵੈਸਟਮੈਂਟ ਹੈ ਜਿਹੜੀ ਉਹਨੂੰ ਇੰਡੀਆ 'ਚ ਅਲਾਉ ਕਰਾਂਗੇ, ਮਲਟੀਨੈਸ਼ਨਲ ਕੰਪਨੀਜ਼ ਆਉਣਗੀਆਂ ਬਾਹਰੋਂ ਇੰਡੀਆ 'ਚ ਇਨਵੈਸਟ ਕਰਨਗੀਆਂ, ਸੋ ਉਹਦੇ ਨਾਲ ਕਿਤੇ ਨਾ ਕਿਤੇ ਇੰਡੀਆ ਨੂੰ ਫਾਇਦਾ, ਉਹਦੀ ਇਕੋਨਮੀ ਨੂੰ ਫਾਇਦਾ, ਆਪਣੇ ਕੋਲ ਬਾਹਰ ਦੀ ਜਿਹੜੀ ਕਰੰਸੀ ਹੈ ਉਹ ਇੰਡੀਆ ਜਾ ਕੇ ਆਪਾਂ ਨੂੰ ਪਤਾ ਹੈ ਕਿ ਜ਼ਿਆਦਾ ਬਣ ਜਾਂਦੀ ਹੈ। ਸੋ ਉਹਦੇ ਨਾਲ ਕੀ ਹੈ ਕਿ ਇੱਕ ਇੰਡੀਆ ਦਾ ਜਿਹੜਾ ਫੋਰਨ ਐਕਸਚੇਂਜ ਰਿਜ਼ਰਵ ਨੇ ਜੋ ਉਹਨੂੰ ਚਾਹੀਦੇ ਹੁੰਦੇ ਨੇ ਇੱਕ ਸਟੇਬਲ ਹਾਲਤ ਦੇ ਲਈ, ਇਕੋਨਮੀ ਦੇ ਲਈ, ਉਹ ਸਾਰੇ ਉਹਦੇ ਕੋਲ ਬਰਕਰਾਰ ਰਹਿਣਗੇ ਜਿੰਨੇ ਉਹਨੂੰ ਚਾਹੀਦੇ ਨੇ। ਸੋ ਓਵਰਆਲ ਇਹਦੇ ਨਾਲ ਕੀ ਹੈ ਕਿ ਆਪਾਂ ਗਲੋਬਲ ਲੈਵਲ ਤੇ, ਵਰਲਡ ਲੈਵਲ ਤੇ ਵੀ ਬਾਕੀ ਸਾਰੀਆਂ ਬਿਗ ਕੰਟਰੀਜ਼ ਦੇ ਨਾਲ ਇੰਡਸਟਰੀਅਲਾਈਜੇਸ਼ਨ ਦੇ ਵਿੱਚ, ਬਿਜ਼ਨਸ ਦੇ ਵਿੱਚ ਆਪਾਂ ਖੜ ਸਕਦੇ ਹਾਂ, ਕੰਪੀਟ ਕਰ ਸਕਦੇ ਹਾਂ। ਸੋ ਥਰਡ ਆਉਂਦਾ ਹੈ ਗਲੋਬਲਾਈਜੇਸ਼ਨ। ਗਲੋਬਲਾਈਜੇਸ਼ਨ ਦਾ ਮਤਲਬ ਹੈ ਕਿ ਪੂਰੀ ਦੁਨੀਆ ਨੂੰ ਆਪਸ ਦੇ ਵਿੱਚ ਜੋੜਨਾ। ਸੋ ਕਹਿੰਦੇ ਇੰਡੀਆ ਨੂੰ ਇੱਕ ਮੇਨ ਸਲਾਹ ਦਿੱਤੀ ਵਰਲਡ ਬੈਂਕ ਨੇ ਕਿ ਤੁਸੀਂ ਇਕੱਲੇ ਰਹਿ ਕੇ ਕੁਝ ਨਹੀਂ ਕਰ ਸਕਦੇ। ਤੁਹਾਨੂੰ ਲੱਗ ਰਿਹਾ ਕਿ ਤੁਸੀਂ ਇੰਡੀਆ ਨੂੰ ਆਤਮ ਨਿਰਭਰ ਬਣਾ ਲਓਗੇ, ਸੈਲਫ ਸਫੀਸ਼ੀਐਂਟ ਬਣਾ ਲਓਗੇ, ਬਟ ਕਹਿੰਦੇ ਹਮੇਸ਼ਾ ਪੋਸੀਬਲ ਨਹੀਂ ਹੈ। ਤੁਹਾਨੂੰ ਪੂਰੀ ਦੁਨੀਆ ਦੇ ਨਾਲ ਮਿਲ ਕੇ ਚੱਲਣਾ ਚਾਹੀਦਾ ਹੈ, ਸਾਰਿਆਂ ਦੇ ਨਾਲ ਟ੍ਰੇਡ ਕਰਨਾ ਚਾਹੀਦਾ ਹੈ। ਸੋ ਇੰਡੀਆ ਨੂੰ ਕਿਹਾ ਕਿ ਤੁਸੀਂ ਇੱਕ ਕੰਟਰੀ ਦੇ ਵਿੱਚ ਹੀ ਨਾ ਬਣ ਕੇ ਰਹੋ, ਤੁਸੀਂ ਪੂਰੇ ਦੇ ਪੂਰੇ ਗਲੋਬਲ ਇਕੋਨਮੀ ਦੇ ਨਾਲ ਜੁੜੋ, ਤੁਸੀਂ ਫੋਰਨ ਟ੍ਰੇਡ ਕਰੋ, ਜ਼ਿਆਦਾ ਫੋਰਨ ਇਨਵੈਸਟਮੈਂਟ ਕਰੋ। ਸੋ ਉਸ ਤੋਂ ਬਾਅਦ ਇਹ ਕਿਹਾ ਕਿ ਪੂਰੀ ਜਿਹੜੀ ਵਰਲਡ ਹੈ ਤੁਸੀਂ ਉਹਨੂੰ ਲੈ ਕੇ ਇੱਕ ਅਟੈਂਪਟ ਕਰੋ ਕਿ ਫ੍ਰੀਲੀ ਤੁਹਾਡੇ ਜੋ ਸਿਟੀਜ਼ਨ ਨੇ, ਦੇਸ਼ ਦੇ ਲੋਕ ਨੇ, ਨਾਗਰਿਕ ਨੇ, ਉਹਨਾਂ ਨੇ ਕਿਤੇ ਵੀ ਕੰਮ ਕਰਨਾ ਹੈ, ਕਿਤੇ ਪੜ੍ਹਾਈ ਕਰਨੀ ਹੈ, ਕੁਝ ਵੀ ਹੈ, ਤਾਂ ਉਹ ਪੂਰੇ ਗਲੋਬ ਦੇ ਵਿੱਚ ਘੁੰਮ ਸਕਣ, ਜਾ ਸਕਣ। ਸੋ ਇਹਦੇ ਨਾਲ ਕੀ ਹੈ ਕਿ ਜਿਹੜਾ ਆਪਣੀ ਕੰਟਰੀ ਹੈ ਉਹਨੂੰ ਬਹੁਤ ਨਵੀਆਂ ਚੀਜ਼ਾਂ ਦਾ ਪਤਾ ਚੱਲੂ, ਉਹ ਬਾਕੀਆਂ ਨਾਲ ਕੰਪੀਟ ਕਰਨ ਦੇ ਲਈ ਗਲੋਬਲ ਲੈਵਲ ਤੇ ਆਪਣੇ ਆਪ ਨੂੰ ਹੋਰ ਜ਼ਿਆਦਾ ਵਧੀਆ ਕਰਨ ਦੀ ਕੋਸ਼ਿਸ਼ ਕਰੂ, ਜ਼ਿਆਦਾ ਡਿਵੈਲਪਮੈਂਟ ਲੈ ਕੇ ਆਵਾਂਗੇ, ਆਪਣੀ ਕੰਟਰੀ ਦੇ ਵਿੱਚ ਟੈਕਨੋਲੋਜੀ ਜ਼ਿਆਦਾ ਇਨਫਿਊਜ਼ ਹੋਊ। ਸੋ ਇਹੀ ਮੇਨ ਜਿਹੜਾ ਮਕਸਦ ਸੀ ਗਲੋਬਲਾਈਜੇਸ਼ਨ ਦਾ। ਦੈਨ ਸਭ ਤੋਂ ਇੰਪੋਰਟੈਂਟ ਜਿਹੜਾ ਰਿਜ਼ਲਟ ਹੈ ਗਲੋਬਲਾਈਜੇਸ਼ਨ ਦਾ ਪ੍ਰੋਸੈਸ ਦਾ, ਉਹ ਹੈ ਆਊਟਸੋਰਸਿੰਗ। ਕਹਿੰਦੇ ਇੱਕ ਕੰਪਨੀ, ਇੱਕ ਕੰਟਰੀ ਦੀ ਕਿਸੇ ਵੀ ਪ੍ਰੋਫੈਸ਼ਨਲ ਨੂੰ, ਬਾਹਰਲੇ ਨੂੰ, ਜੇ ਗਲੋਬਲਾਈਜੇਸ਼ਨ ਨੂੰ ਆਪਾਂ ਅਲਾਉ ਕਰ ਦਾਂਗੇ ਤਾਂ ਕਿਸੇ ਵੀ ਬਾਹਰਲੇ ਐਕਸਪਰਟ ਨੂੰ ਇੰਡੀਆ ਦੇ ਵਿੱਚ ਆਪਾਂ ਬੈਠੇ ਬੈਠੇ ਕੰਮ ਕਰਵਾ ਸਕਦੇ ਹਾਂ। ਇਹਨੂੰ ਆਪਾਂ ਕਹਿੰਦੇ ਹਾਂ ਆਊਟਸੋਰਸਿੰਗ। ਜਾਂ ਫਿਰ ਆਪਣੇ ਦੇਸ਼ ਦੇ ਜਿਹੜੇ ਲੋਕ ਨੇ, ਆਪਣੇ ਇੰਡੀਆ ਦੇ ਯੂਥ ਨੂੰ ਇਹਦੇ ਨਾਲ ਬਹੁਤ ਜ਼ਿਆਦਾ ਇੰਪਲੋਇਮੈਂਟ ਓਪਰਚੁਨਿਟੀ ਵਧੂਗੀ ਕਿ ਜੋ ਸੌਫਟਵੇਅਰ ਜਿਵੇਂ ਟੈਕ ਇੰਡਸਟਰੀ ਵਿੱਚ ਬਹੁਤ ਜ਼ਿਆਦਾ ਕਾਮਨ ਹੈ ਕਿ ਬਾਹਰਲੇ ਪ੍ਰੋਜੈਕਟ ਦੇ ਉੱਤੇ, ਅਮਰੀਕਾ ਹੋ ਗਿਆ, ਕੈਨੇਡਾ ਹੋ ਗਿਆ, ਉਹਨਾਂ ਦੇ ਪ੍ਰੋਜੈਕਟਸ ਦੇ ਉੱਤੇ ਇੰਡੀਆ ਦੇ ਵਿੱਚ ਬੈਠੇ ਬੈਠੇ ਬਹੁਤ ਸਾਰੇ ਸਟੂਡੈਂਟਸ ਕੰਮ ਕਰਦੇ ਨੇ। ਸੋ ਇਹ ਰਿਜ਼ਲਟ ਹੈ ਗਲੋਬਲਾਈਜੇਸ਼ਨ ਦਾ। ਜੇ ਆਪਾਂ ਅਲਾਉ ਕਰਾਂਗੇ ਆਊਟਸੋਰਸਿੰਗ ਨੂੰ ਕਿ ਇੱਕ ਜਗ੍ਹਾ ਤੇ ਬੈਠੇ ਤੁਸੀਂ ਦੂਜੀ ਕੰਟਰੀ ਦਾ ਕੰਮ ਕਰਦੇ ਰਹੋ, ਸੋ ਇਹ ਸਾਰੀਆਂ ਚੀਜ਼ਾਂ ਤਾਂ ਹੀ ਪੋਸੀਬਲ ਹੁੰਦੀਆਂ ਨੇ ਜੇ ਪਾਲਿਸੀਆਂ, ਨੀਤੀਆਂ ਇੱਕ ਸਰਕਾਰ ਦੀਆਂ ਥੋੜੀਆਂ ਸੌਖੀਆਂ ਨੇ, ਲਿਬਰਲ ਨੇ, ਆਪਾਂ ਨੂੰ ਜੇ ਅਲਾਉ ਹੈ, ਪਰਮਿਸ਼ਨ ਦਿੱਤੀ ਹੋਈ ਹੈ ਜੇ ਇਸ ਤਰ੍ਹਾਂ ਦੇ ਕੰਮ ਕਰਨ ਦੀ। ਸੋ ਹੁਣ ਹੈ ਕੁਝ ਮੇਨ ਐਲੀਮੈਂਟਸ ਗਲੋਬਲਾਈਜੇਸ਼ਨ ਦੇ। ਟੂ ਓਪਨ ਦ ਡੋਮੈਸਟਿਕ ਮਾਰਕੀਟਸ from the steady flow of foreign manufactured good, India reduced custom duties on import. So India ਦਾ ਪਹਿਲਾਂ import ਆਪਾਂ ਨੇ ਦੇਖਿਆ ਕਿ ਜ਼ਿਆਦਾ ਕਰਨਾ ਪੈ ਰਿਹਾ ਸੀ। ਸੋ ਇੰਡੀਆ ਨੂੰ ਕੀ ਸੀ, ਬਾਹਰੋਂ ਸਮਾਨ ਜ਼ਿਆਦਾ ਆ ਰਿਹਾ ਸੀ ਤੇ ਇੰਡੀਆ ਇਧਰੋਂ ਘੱਟ ਵੇਚ ਰਿਹਾ ਸੀ। ਸੋ ਹੁਣ ਇੰਡੀਆ ਨੇ ਜੋ ਕਸਟਮ ਡਿਊਟੀ ਵਗੈਰਾ ਲਗਾਉਂਦੇ ਸੀ ਉਹਨੂੰ ਘਟਾਤਾ। ਸੋ ਇਹਦੇ ਨਾਲ ਕੀ ਹੈ ਕਿ ਹੁਣ ਇੰਡੀਆ ਦਾ ਜਿਹੜਾ ਟ੍ਰੇਡ ਹੈ, ਬੈਲੈਂਸ ਆਫ ਟ੍ਰੇਡ ਹੈ, ਉਹ ਥੋੜਾ ਜਿਹਾ ਸਟੇਬਲ ਹੋਣ ਲੱਗ ਗਿਆ ਸੀ। ਜਿਹੜਾ ਇੰਪੋਰਟ ਐਕਸਪੋਰਟ ਦਾ ਗੈਪ ਹੈ ਉਹ ਗਲੋਬਲਾਈਜੇਸ਼ਨ ਤੋਂ ਬਾਅਦ ਘਟਣ ਲੱਗ ਗਿਆ ਸੀ। ਉਸ ਤੋਂ ਬਾਅਦ ਕਹਿੰਦੇ ਜਿਹੜੀ ਫੋਰਨ ਕੈਪੀਟਲ ਹੈ, ਹੁਣ ਬਾਹਰਲੀਆਂ ਕੰਟਰੀਆਂ ਗਲੋਬਲਾਈਜੇਸ਼ਨ ਦੇ ਨਾਲ ਇੰਡੀਆ 'ਚ ਕੰਮ ਕਰ ਸਕਦੀਆਂ ਨੇ, ਜਾਂ ਇੰਡੀਆ ਦੇ ਲੋਕ ਜੋ ਇੰਡੀਆ ਦੇ ਹੀ ਸਿਟੀਜ਼ਨ ਨੇ ਇਹ ਫੋਰਨ 'ਚ ਕੰਮ ਕਰਕੇ ਉਧਰਲਾ ਪੈਸਾ, ਜਿਹਨੂੰ ਆਪਾਂ ਨੈਟ ਫੈਕਟਰ ਇਨਕਮ ਫਰੋਮ ਅਬਰੋਡ ਕਹਿੰਦੇ ਆ, ਜੋ ਆਪਣੇ GDP ਵਿੱਚ ਆਉਂਦੀ ਹੈ, GNP ਵਿੱਚ ਆਪਣੇ ਕੈਲਕੂਲੇਟ ਹੁੰਦੀ ਹੈ, ਤੁਸੀਂ ਇਹ ਕੰਸੈਪਟ ਨੈਸ਼ਨਲ ਇਨਕਮ ਦੇ ਅੰਦਰ ਸਮਝ ਸਕਦੇ ਹੋ। ਸੋ ਜਿਵੇਂ ਕਹਿੰਦੇ ਨੈਟ ਫੋਰਨ ਇਨਕਮ ਫਰੋਮ ਅਬਰੋਡ, ਮਤਲਬ ਇੰਡੀਆ ਦਾ ਹੀ ਨਾਗਰਿਕ ਹੈ, ਉਹ ਫੋਰਨ 'ਚ ਕੰਮ ਕਰ ਰਿਹਾ ਤੇ ਉਧਰਲਾ ਪੈਸਾ ਇੰਡੀਆ 'ਚ ਭੇਜ ਰਿਹਾ। ਸੋ ਇਹ ਹੁੰਦੀ ਹੈ ਨੈਟ ਫੋਰਨ ਇਨਕਮ ਫਰੋਮ ਅਬਰੋਡ। ਸੋ ਇਹਦੇ ਨਾਲ ਕੀ ਹੈ ਕਿ ਫੋਰਨ ਦੀ ਜਿਹੜੀ ਕੈਪੀਟਲ ਹੈ, ਕਰੰਸੀ ਹੈ, ਉਹ ਇੰਡੀਆ ਦੇ ਵਿੱਚ ਜ਼ਿਆਦਾ ਆਊਗੀ। ਦੈਨ ਕਹਿੰਦੇ ਜਿਹੜਾ ਫੋਰਨ ਐਕਸਚੇਂਜ ਰੈਗੂਲੇਸ਼ਨ ਐਕਟ ਸੀ, ਜਿਹਦੇ ਨਾਲ ਆਪਾਂ ਫੋਰਨ ਦੇ ਨਾਲ ਟ੍ਰੇਡ ਵਗੈਰਾ ਕਰਦੇ ਸੀ, ਉਹਨੂੰ ਥੋੜਾ ਆਸਾਨ ਕਰਤਾ 1993 'ਚ। ਫਿਰ ਉਹਨੂੰ ਬਦਲ ਕੇ ਉਹਦਾ ਨਾਮ ਰੱਖਤਾ
ਫੋਰਨ ਐਕਸਚੇਂਜ ਮੈਨੇਜਮੈਂਟ ਐਕਟ ਫੈਮਾ 1999 ਦਾ। ਸੋ ਬੇਸਿਕਲੀ ਇਹਦੇ ਨਾਲ ਕੀ ਸੀ ਕਿ ਜੋ ਫੋਰਨ ਕਰੰਸੀ ਦੇ ਵਿੱਚ ਟ੍ਰਾਂਜੈਕਸ਼ਨਾਂ ਹੁੰਦੀਆਂ ਸੀ, ਟ੍ਰੇਡ ਹੁੰਦਾ ਸੀ, ਉਹ ਚੀਜ਼ਾਂ ਨੂੰ ਥੋੜਾ ਸੌਖਾ ਕਰਨ ਦੇ ਲਈ ਇੱਕ ਕੁਝ ਚੇਂਜਸ ਲੈ ਕੇ ਆਏ ਗਲੋਬਲਾਈਜੇਸ਼ਨ ਦੇ ਅੰਦਰ ਇਹ ਦੋ ਇੰਪੋਰਟੈਂਟ ਐਕਟਸ ਦੇ ਵਿੱਚ। ਸੋ ਹੁਣ ਆਪਾਂ ਨੇ ਸਾਰੀ ਸਿਚੁਏਸ਼ਨ ਦੇਖ ਲਈ, ਉਹਦਾ ਪੂਰਾ ਐਨਾਲਿਸਿਸ ਕਰ ਲਿਆ ਕਿ 1990 ਦੇ ਟਾਈਮ ਵਿੱਚ ਕੀ ਹਾਲਤ ਸੀ, ਆਪਣੀ ਦੇਸ਼ ਦੀ ਆਰਥਿਕ ਹਾਲਤ ਕਿੰਨੀ ਮੰਦੀ ਵਿੱਚ ਸੀ, ਆਪਾਂ ਨੂੰ ਵਰਲਡ ਬੈਂਕ ਦੀ ਮਦਦ ਲੈਣੀ ਪਈ। ਸੋ ਵਰਲਡ ਬੈਂਕ ਦੀ ਮਦਦ ਤੋਂ ਬਾਅਦ ਆਪਾਂ ਨੇ ਕੀ ਕੀਤਾ, ਕੁਝ ਤਬਦੀਲੀਆਂ ਕੀਤੀਆਂ, ਨਵੀਆਂ ਨੀਤੀਆਂ ਤਿਆਰ ਕੀਤੀਆਂ, ਸਟਰਕਚਰਲ ਚੇਂਜਸ ਲੈ ਕੇ ਆਏ। ਸਟਰਕਚਰਲ ਚੇਂਜਸ ਦੇ ਅੰਦਰ ਆਪਾਂ ਨੇ LPG ਪੜ੍ਹਿਆ, ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ, ਗਲੋਬਲਾਈਜੇਸ਼ਨ। ਸੋ ਹੁਣ ਆਪਾਂ ਇਹ ਦੇਖਣਾ ਵੀ ਇਹਦਾ ਅਸਰ ਕਿੰਨਾ ਕੁ ਵਧੀਆ ਹੋਇਆ ਆਪਣੀ ਇਕਨੋਮੀ ਤੇ। ਸੋ ਪੋਜ਼ਿਟਿਵ ਇੰਪੈਕਟ ਆਫ LPG ਇਨ ਆਰ ਇਕਨੋਮੀ। ਪਹਿਲੀ ਚੀਜ਼ ਇਹਦੇ ਨਾਲ GDP, ਜਿਹੜੀ ਆਪਣੇ ਦੇਸ਼ ਦੀ ਨੈਸ਼ਨਲ ਇਨਕਮ ਹੈ ਜਿਹੜੀ ਘਟੀ ਜਾ ਰਹੀ ਸੀ, ਉਹਦੇ ਵਿੱਚ ਬਹੁਤ ਜ਼ਿਆਦਾ ਇਨਕਰੀਜ਼ ਹੋਇਆ। LPG ਪਾਲਿਸੀ ਲਾਗੂ ਕਰਦੇ ਹੀ ਕੁਝ ਸਮੇਂ ਦੇ ਵਿੱਚ GDP 8% per year increase ਹੋਈ and this is very good positive increase। then ਜਿਹੜਾ ਇੰਡਸਟਰੀਅਲ ਪ੍ਰੋਡਕਸ਼ਨ ਹੈ ਉਹਨੂੰ ਬਹੁਤ ਜ਼ਿਆਦਾ ਪੁਸ਼ ਮਿਲੀ। ਕਿਉਂ? ਕਿਉਂਕਿ ਹੁਣ ਨਵੀਆਂ IT ਇੰਡਸਟਰੀਜ਼ ਲੱਗ ਸਕਦੀਆਂ ਸੀ, ਗਲੋਬਲ ਲੈਵਲ ਤੇ ਆਪਣਾ ਸੌਫਟਵੇਅਰ ਇੰਜੀਨੀਅਰਿੰਗ ਪਹੁੰਚੀ, ਸੌਫਟਵੇਅਰ ਸੈਕਟਰ ਪਹੁੰਚਿਆ। ਸੋ ਗਲੋਬਲਾਈਜੇਸ਼ਨ ਦੀ ਮਦਦ ਦੇ ਨਾਲ ਤੇ ਜੋ ਵੀ ਆਪਾਂ ਨੇ ਲਿਬਰਲਾਈਜੇਸ਼ਨ ਦੇ ਅੰਦਰ ਕੁਝ ਜੋ ਲਾਇਸੈਂਸਿਸ ਵਗੈਰਾ ਸੀਗੇ ਉਹਨਾਂ ਨੂੰ ਆਪਾਂ ਨੇ ਡੀ ਲਾਇਸੈਂਸ ਕਰਤਾ ਸੀ, ਹਟਾਤੇ ਸੀ। ਜੋ ਇੰਡਸਟਰੀਜ਼ ਨੂੰ ਪਹਿਲਾਂ ਲਾਇਸੈਂਸ ਚਾਹੀਦੇ ਹੁੰਦੇ ਸੀ ਹੁਣ ਉਹ ਨਹੀਂ ਚਾਹੀਦੇ। ਸੋ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਨੇ ਇਹਦੇ ਅੰਦਰ ਆਪਾਂ ਨੇ ਇੰਡਸਟਰੀਅਲ ਪ੍ਰੋਡਕਸ਼ਨ ਨੂੰ ਬਹੁਤ ਵਧੀਆ ਇਨਕਰੀਜ਼ ਕੀਤਾ। ਤੇ ਜਿਹੜਾ ਡੀ ਲਾਇਸੈਂਸਿੰਗ ਦਾ ਕੰਸੈਪਟ ਹੈ ਇਹ ਆਪਾਂ ਅਲੱਗ ਤੋਂ ਇੰਡਸਟਰੀਅਲ ਪਾਲਿਸੀਜ਼ ਦੇ ਅੰਦਰ ਪੜਾਂਗੇ। ਸੋ ਉਸ ਤੋਂ ਬਾਅਦ ਹੈ ਕਰਬ ਔਨ ਫਿਸਕਲ ਡੈਫਿਸਿਟ। ਫਿਸਕਲ ਡੈਫਿਸਿਟ ਮਤਲਬ ਕਿ ਜ਼ਿਆਦਾ ਖਰਚਾ ਘੱਟ ਕਮਾਈ। ਇਹਦੇ ਵਿੱਚ ਬਹੁਤ ਜ਼ਿਆਦਾ ਕਹਿੰਦੇ ਸਹੀ ਇਨਕਰੀਜ਼ ਹੋਇਆ, ਜਿਹੜਾ ਇਹ ਗੈਪ ਸੀ ਇਹ ਬਹੁਤ ਜ਼ਿਆਦਾ ਘਟਿਆ। ਸੋ ਫਿਸਕਲ ਡੈਫਿਸਿਟ ਘਟ ਕੇ 4% ਰਹਿ ਗਿਆ ਸੀ ਆਪਣਾ। ਕਿਸੇ ਸਮੇਂ ਇਹ ਹੁੰਦਾ ਸੀ 8.5%। ਸੋ 1991 ਦੀ ਪਾਲਿਸੀਜ਼ ਤੋਂ ਬਾਅਦ ਜਿਹੜਾ ਆਪਣੇ ਉੱਤੇ ਇੱਕ ਖਰਚਾ ਸੀ, ਜ਼ਿਆਦਾ ਘੱਟ ਇਨਕਮ ਹੋ ਰਹੀ ਸੀ, ਉਹਦਾ ਇੱਕ ਗੈਪ ਹੈ ਜਿਹਨੂੰ ਆਪਾਂ ਡੈਫਿਸਿਟ ਕਹਿੰਦੇ ਆ, ਉਹ ਸਿਰਫ ਔਰ ਸਿਰਫ 4% ਰਹਿ ਗਿਆ। ਨੈਕਸਟ ਹੈ ਇਨਫਲੇਸ਼ਨ ਦੇ ਉੱਤੇ ਚੈੱਕ। ਕਹਿੰਦੇ ਇੰਨੇ ਸਮੂਥਲੀ, ਇੰਨੇ ਆਰਾਮ ਨਾਲ ਡਿਮਾਂਡ ਸਪਲਾਈ ਚੱਲਣ ਲੱਗ ਗਈ ਆਪਣੀ ਇਕਨੋਮੀ ਦੇ ਵਿੱਚ ਕਿਉਂਕਿ ਹੁਣ ਪ੍ਰਾਈਵੇਟ ਦੇ ਹੱਥ ਵਿੱਚ ਜ਼ਿਆਦਾ ਕੁਝ ਦੇਤਾ। ਸੋ ਪ੍ਰਾਈਵੇਟ ਹਮੇਸ਼ਾ ਲੋਕਾਂ ਦੀ ਇੰਟਰਸਟ ਦੇਖ ਕੇ ਚੀਜ਼ ਬਣਾਉਂਦੇ ਨੇ। ਸੋ ਉਹਦੇ ਨਾਲ ਕੀ ਹੈ ਕਿ ਲੋਕਾਂ ਦਾ ਇੰਟਰਸਟ ਦਾ ਉਰੇ ਮਤਲਬ ਹੈ ਕਿ ਉਹਨਾਂ ਨੂੰ ਕਿਸ ਚੀਜ਼ ਤੋਂ ਪ੍ਰੋਫਿਟ ਹੋ ਸਕਦਾ, ਕਿਸ ਚੀਜ਼ ਦੇ ਵਿੱਚ ਲੋਕ ਜ਼ਿਆਦਾ ਇੰਟਰਸਟ ਲੈ ਰਹੇ ਨੇ ਇੱਕ ਪਾਰਟਿਕੂਲਰ ਪੁਆਇੰਟ ਆਫ ਟਾਈਮ ਤੇ। ਸੋ ਚਾਹੇ ਉਹਨਾਂ ਦਾ ਮੋਟਿਵ ਪ੍ਰੋਫਿਟ ਮੇਕਿੰਗ ਹੈ ਪਰ ਉਹ ਸੁਸਾਇਟੀ ਦੇ ਲਈ ਲੋਕਾਂ ਦੀ ਡਿਮਾਂਡਸ ਦੇ ਅਕੋਰਡਿੰਗ ਸਪਲਾਈ ਕਰਵਾਉਂਦੇ ਨੇ। ਸੋ ਇਹਦੇ ਨਾਲ ਕੀ ਹੈ ਕਿ ਜਿਹੜੀ ਮਹਿੰਗਾਈ ਹੋ ਰਹੀ ਸੀ ਉਹ ਕੰਟਰੋਲ 'ਚ ਆ ਗਈ। ਦੈਨ ਲਾਸਟ ਸੀ ਕਿ ਗਰੀਬੀ ਦੇ ਵਿੱਚ ਬਹੁਤ ਡਿਕਲਾਈਨ ਆਇਆ। ਹੁਣ ਕੀ ਸੀ, ਜ਼ਿਆਦਾ ਲਿਬਰਲ ਕਰਤੀਆਂ ਪਾਲਿਸੀਜ਼, ਸੌਖੀਆਂ ਕਰਤੀਆਂ, ਸਮਾਲ ਸਕੇਲ ਇੰਡਸਟਰੀ ਹੈ ਚਾਹੇ ਬਿਗ ਹੈ, ਸਾਰਿਆਂ ਨੂੰ ਲੈ ਕੇ ਇੱਕ ਥੋੜਾ ਜਿਹਾ ਇਨਵਾਇਰਮੈਂਟ ਹੈ ਉਹ ਰਿਸਟ੍ਰਿਕਟਿਵ ਨੇਚਰ ਤੋਂ ਲੈ ਕੇ ਫਲੈਕਸੀਬਲ ਨੇਚਰ ਤੇ ਆ ਗਿਆ। ਹੁਣ ਲੋਕ ਜ਼ਿਆਦਾ ਬਿਜ਼ਨਸ ਸਟਾਰਟ ਕਰ ਸਕਦੇ ਸੀ ਬਿਨਾਂ ਕੋਈ ਟਾਈਮਲੀ ਲਾਇਸੈਂਸਿਸ ਦੇ। ਲਾਇਸੈਂਸ ਲੈਣ ਦੀ ਜਿਹੜੀ ਪਰਮਿਸ਼ਨ ਪਹਿਲਾਂ ਲੈਣੀ ਪੈਂਦੀ ਸੀ, ਇੰਨਾ ਟਾਈਮ ਲੱਗ ਜਾਂਦਾ ਸੀ ਕੋਈ ਵੀ ਨਵਾਂ ਬਿਜ਼ਨਸ ਖੋਲ੍ਹਣ ਦੇ ਲਈ, ਉਹ ਚੀਜ਼ਾਂ ਹੁਣ ਬਹੁਤ ਜ਼ਿਆਦਾ ਘਟਾਤੀਆਂ। ਸਿਰਫ ਥੋੜੇ ਜਿਹੇ ਕੁਝ ਸੈਕਟਰ ਨੇ ਜਿਨ੍ਹਾਂ ਨੂੰ ਲਾਇਸੈਂਸ ਦੀ ਹੁਣ ਲੋੜ ਹੈ। ਸੋ ਕਹਿੰਦੇ ਇਹ ਸਾਰੀਆਂ ਚੀਜ਼ਾਂ ਦੇ ਨਾਲ ਔਰ ਇੰਪਲੋਇਮੈਂਟ 'ਚ ਵਾਧਾ ਹੋਇਆ। ਜਦੋਂ ਕਿਸੇ ਨੂੰ ਰੁਜ਼ਗਾਰ ਮਿਲੇ ਤਾਂ ਆਪਾਂ ਨੂੰ ਪਤਾ ਹੈ ਕਿ ਰੁਜ਼ਗਾਰ ਦਾ ਸਿੱਧਾ ਅਸਰ ਗਰੀਬੀ ਨਾਲ ਹੈ। ਜੇ ਕਿਸੇ ਕੋਲ ਜੌਬ ਹੈ, ਉਹ ਇੰਪਲੋਇਡ ਹੈ ਤਾਂ ਬਹੁਤ ਘੱਟ ਚਾਂਸਿਸ ਨੇ ਕਿ ਉਹ ਪੋਵਰਟੀ ਸੈਕਟਰ ਦੇ ਅੰਦਰ ਆਓ। ਸੋ ਜੇ ਇੰਪਲੋਇਮੈਂਟ ਵੱਧ ਰਹੀ ਹੈ ਤਾਂ ਪੋਵਰਟੀ ਘਟਦੀ ਹੈ। ਸੋ ਹੁਣ ਆਪਾਂ ਕੁਝ ਕਮੀਆਂ ਦੇਖ ਲੈਂਦੇ ਹਾਂ ਕਿਉਂਕਿ ਕੋਈ ਵੀ ਪਾਲਿਸੀ, ਕੋਈ ਵੀ ਨੀਤੀ ਜਦੋਂ ਆਪਾਂ ਉਹਨੂੰ ਲਾਗੂ ਕਰਕੇ ਦੇਖਦੇ ਹਾਂ ਫਿਰ ਹੀ ਆਪਾਂ ਨੂੰ ਪਤਾ ਲੱਗਦਾ ਕਿ ਹਜੇ ਇਹਦੇ ਵਿੱਚ ਹੋਰ ਕੀ ਆਪਾਂ ਨੂੰ ਸੁਧਾਰ ਲੈ ਕੇ ਆਉਣ ਦੀ ਜ਼ਰੂਰਤ ਹੈ। ਸੋ ਕੁਝ ਕਮੀਆਂ ਸੀਗੀਆਂ। ਸਭ ਤੋਂ ਵੱਡੀ ਚੀਜ਼, ਤੁਸੀਂ ਇਹ ਚੀਜ਼ ਖੁਦ ਫੀਲ ਕੀਤੀ ਹੋਊ ਕਿ ਜਦੋਂ ਆਪਾਂ ਨੇ ਪੂਰਾ ਟੌਪਿਕ ਪੜ੍ਹਿਆ ਕਿਤੇ ਵੀ ਆਪਾਂ ਨੇ ਐਗਰੀਕਲਚਰ ਬਾਰੇ ਗੱਲ ਨਹੀਂ ਕੀਤੀ। ਆਪਾਂ ਬਾਰ-ਬਾਰ ਬੋਲੀ ਜਾ ਰਹੇ ਹਾਂ ਪ੍ਰਾਈਵੇਟਾਈਜੇਸ਼ਨ, ਇੰਡਸਟਰੀ, ਲਾਇਸੈਂਸ। ਸੋ ਐਗਰੀਕਲਚਰ ਕਿੱਥੇ ਗਿਆ? ਕਹਿੰਦੇ ਕਿਸੇ ਸਮੇਂ
ਐਗਰੀਕਲਚਰ ਦੇ ਉੱਤੇ ਸਭ ਤੋਂ ਜ਼ਿਆਦਾ ਫੋਕਸ ਦਿੱਤਾ ਜਾਂਦਾ ਸੀ ਜਦੋਂ ਦੇਸ਼ ਆਜ਼ਾਦ ਹੋਇਆ। ਪਰ ਹੁਣ ਕਹਿੰਦੇ ਇਹ ਨਵੀਆਂ ਪਾਲਿਸੀ ਦੀਆਂ ਤਹਿਤ ਐਗਰੀਕਲਚਰ ਸੈਕਟਰ ਨੂੰ ਬਿਲਕੁਲ ਭੁੱਲ ਗਏ, ਬਿਲਕੁਲ ਹੀ ਨਿਗਲੈਕਟ ਕਰਤਾ, ਜਦ ਕਿ ਆਪਣੀ ਜਿਹੜੀ ਮੇਨ ਚੰਕ ਆਫ ਪੋਪੂਲੇਸ਼ਨ ਹੈ ਉਹਦਾ ਰੁਜ਼ਗਾਰ ਐਗਰੀਕਲਚਰ ਤੋਂ ਆਉਂਦਾ ਸੀ। ਸੋ ਉਸ ਤੋਂ ਬਾਅਦ ਕਹਿੰਦੇ ਜਿਹੜਾ ਇੰਡਸਟਰੀਅਲ ਸੈਕਟਰ ਸੀ ਉਹਦਾ ਬਿਲਕੁਲ ਪਰਫੈਕਟਲੀ ਗਰੋਥ ਨਹੀਂ ਹੋਈ। ਕਿਤੇ ਨਾ ਕਿਤੇ ਪ੍ਰਾਈਵੇਟ ਸੈਕਟਰ ਸੀ ਉਹ ਥੋੜੇ ਟਾਈਮ ਬਾਅਦ ਹੀ ਆਪਣਾ ਫੋਕਸ ਜੋ ਜਿਸ ਪਰਪਸ ਲਈ ਉਹਨਾਂ ਨੂੰ ਗਵਰਨਮੈਂਟ ਨੇ ਸੌਂਪਿਆ ਸੀ ਇਹ ਸਾਰਾ ਇੰਡਸਟਰੀਅਲ ਸੈਕਟਰ, ਉਹਨੂੰ ਭੁੱਲ ਕੇ ਉਹ ਲੋਕਾਂ ਦੀ ਭਲਾਈ ਭੁੱਲ ਕੇ ਕਿ ਆਪਣੇ ਦੇਸ਼ ਦੀ ਆਰਥਿਕ ਹਾਲਤ ਸੁਧਾਰਨੀ ਹੈ, ਆਪਣੇ ਪਰਸਨਲ ਸੈਲਫਿਸ਼ ਮੋਟਿਵ ਪੂਰੇ ਕਰਨ ਲੱਗ ਗਏ, ਆਪਣੇ ਵੱਡੇ ਵੱਡੇ ਬਿਜ਼ਨਸ ਸੈਟਅਪ ਕਰਨ ਲੱਗ ਗਏ। ਸੋ ਉਸ ਤੋਂ ਬਾਅਦ ਕਹਿੰਦੇ ਆਪਾਂ ਨੂੰ ਪਤਾ ਹੈ ਪਿੱਛੇ ਆਪਾਂ ਨੇ ਗੱਲ ਕੀਤੀ ਹੈ ਕਿ ਕਸਟਮ ਡਿਊਟੀ ਘਟਾਤੀ, ਇੰਪੋਰਟ ਚੀਪ ਕਰਤੇ। ਉਹਦੇ ਨਾਲ ਕੀ ਹੋਇਆ, ਜਿਹੜੀ ਇੰਡਸਟਰੀਅਲ ਗੁੱਡ ਸੀ ਉਹਨਾਂ ਦੀ ਡਿਮਾਂਡ ਬਹੁਤ ਜ਼ਿਆਦਾ ਘਟ ਗਈ। ਸੋ ਜਦੋਂ ਆਪਾਂ ਨੂੰ ਪਤਾ ਹੈ ਕਿ ਕਿਸੇ ਚੀਜ਼ ਦਾ ਆਪਾਂ ਰੇਟ ਘਟਾ ਦਈਏ ਤਾਂ ਲੋਕਾਂ ਨੂੰ ਲੱਗਣ ਲੱਗ ਜਾਂਦਾ ਹੈ ਸ਼ਾਇਦ ਇਹ ਚੀਜ਼ ਓਨੀ ਵਧੀਆ ਨਹੀਂ ਹੈ, ਕਿਉਂਕਿ ਜਦੋਂ ਆਪਾਂ ਡਿਮਾਂਡ ਸਪਲਾਈ ਦਾ ਕੰਸੈਪਟ ਪੜ੍ਹਦੇ ਹਾਂ ਹਮੇਸ਼ਾ ਇਹ ਚੀਜ਼ ਸਾਹਮਣੇ ਆਉਂਦੀ ਆ ਕਿ ਜਿਹੜੀਆਂ ਚੀਜ਼ਾਂ ਜ਼ਿਆਦਾ ਮਹਿੰਗੀਆਂ ਨੇ ਉਹਨਾਂ ਚੀਜ਼ਾਂ ਦੀ ਵੈਲਿਊ ਹਮੇਸ਼ਾ ਬਰਕਰਾਰ ਰਹਿੰਦੀ ਹੈ, ਕਿਉਂਕਿ ਇਹ ਇੱਕ ਆਮ ਲੋਕਾਂ ਦੀ ਥਿੰਕਿੰਗ ਆ ਕਿ ਜਿਹੜੀ ਚੀਜ਼ ਮਹਿੰਗੀ ਆ ਉਹ ਸ਼ਾਇਦ ਚੀਜ਼ ਵਧੀਆ ਹੈ। ਸੋ ਇਸੇ ਲਈ ਕਹਿੰਦੇ ਜਦੋਂ ਤੁਸੀਂ ਕਿਸੇ ਚੀਜ਼ ਨੂੰ ਬਹੁਤ ਜ਼ਿਆਦਾ ਨੀਚੇ ਗਿਰਾ ਦਿੰਦੇ ਹੋ, ਬਹੁਤ ਸਸਤੀ ਕਰ ਦਿੰਦੇ ਹੋ, ਤਾਂ ਕਿਤੇ ਨਾ ਕਿਤੇ ਉਹਦੀ ਡਿਮਾਂਡ ਦੇ ਉੱਤੇ ਅਸਰ ਪੈਂਦਾ ਹੀ ਪੈਂਦਾ। ਸੋ ਉਸ ਤੋਂ ਬਾਅਦ ਕਹਿੰਦੇ ਜਿਹੜਾ ਗਲੋਬਲਾਈਜੇਸ਼ਨ ਦਾ ਉਹਦਾ ਇੱਕ ਹੋਰ ਬਹੁਤ ਵੱਡੇ ਸੈਕਟਰ ਦੇ ਉੱਤੇ ਅਸਰ ਦੇਖਣ ਨੂੰ ਮਿਲਿਆ, ਉਹ ਸੀ ਛੋਟੇ ਲੈਵਲ ਦੀਆਂ ਜਿਹੜੀਆਂ ਰੂਰਲ ਏਰੀਆਜ਼ ਦੇ ਵਿੱਚ ਹੈਂਡਮੇਡ ਕੋਈ ਕੰਮ ਕਰਨ ਦੀਆਂ ਫੈਕਟਰੀ ਸੀ, ਕੋਈ ਸਮਾਲ ਸਕੇਲ ਇੰਡਸਟਰੀ ਸੀ, ਜਿਵੇਂ ਕੋਈ ਪੋਟਰੀ ਮੇਕਿੰਗ, ਬਾਸਕਟ ਮੇਕਿੰਗ। ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਦੋਂ ਗਲੋਬਲਾਈਜੇਸ਼ਨ ਆਈ ਤਾਂ ਉਹਨੇ ਮੇਨ ਫੋਕਸ ਰੱਖਿਆ ਆਈਟੀ ਸੈਕਟਰ ਤੇ, ਇੰਡਸਟਰੀਲਾਈਜੇਸ਼ਨ ਤੇ। ਜਿਹੜੇ ਛੋਟੀਆਂ ਲੋਕਲ ਲੈਵਲ ਦੀਆਂ ਇੰਡਸਟਰੀ ਸੀ ਉਹ ਕਿਤੇ ਨਾ ਕਿਤੇ ਨਿਗਲੈਕਟ ਹੋ ਗਈਆਂ। ਸੋ ਇਸੇ ਲਈ ਮੇਜਰਲੀ ਉਹਨਾਂ ਦੇ ਉੱਤੇ ਜਿਹੜੀ ਇੰਪਲੋਇਮੈਂਟ ਦਾ ਅਸਰ ਸੀ ਉਹ ਬਹੁਤ ਦੇਖਣ ਨੂੰ ਮਿਲਿਆ। ਸੋ ਨਾਲ ਹੀ ਤੁਸੀਂ ਸੋਚ ਰਹੇ ਹੋਵਾਂਗੇ ਕਿ ਆਪਾਂ ਪਿੱਛੇ ਤਾਂ ਇਹਨੂੰ ਪੋਜ਼ਿਟਿਵ ਚੀਜ਼ ਦੇ ਵਿੱਚ ਪੜ੍ਹ ਕੇ ਹਟਿਆ ਕਿ ਜ਼ਿਆਦਾ ਰੁਜ਼ਗਾਰ ਮਿਲਿਆ। ਸੋ ਜਿਹੜਾ ਉਹ ਰੁਜ਼ਗਾਰ ਮਿਲਿਆ ਉਹ ਆਈਟੀ ਸੈਕਟਰ ਦੇ ਵਿੱਚ ਮੇਜਰਲੀ ਮਿਲਿਆ। ਜੇ ਆਪਾਂ ਕਿਸੇ ਹੋਰ ਸੈਕਟਰ ਦੀ ਗੱਲ ਕਰ ਰਹੇ ਹਾਂ ਤਾਂ ਉੱਥੇ ਬਹੁਤ ਜ਼ਿਆਦਾ ਕਮੀਆਂ ਆਈਆਂ, ਚਾਹੇ ਉਹ ਐਗਰੀਕਲਚਰ ਸੈਕਟਰ ਹੈ। ਸੋ ਮੇਜਰਲੀ ਤੁਸੀਂ ਕਰਕਸ ਦੇ ਵਿੱਚ ਇਹ ਕਹਿ ਸਕਦੇ ਹੋ ਵੀ ਇਹ ਇਕਨੋਮਿਕ ਰਿਫਾਰਮਸ ਜਿਹੜੇ ਰੂਰਲ ਏਰੀਆਜ਼ ਨੇ ਉਹਨਾਂ ਦੇ ਲਈ ਉਨੀਆਂ ਐਡਵਾਂਟੇਜਸ ਨਹੀਂ ਰਹੀਆਂ। ਜਦ ਕਿ ਇੱਕ ਸਰਕਾਰ ਦਾ ਜਦੋਂ ਵੀ ਕੋਈ ਤਬਦੀਲੀ ਲੈ ਕੇ ਆਉਣੀ ਹੈ ਕਿਸੇ ਮੇਜਰ ਚੀਜ਼ ਦੇ ਵਿੱਚ, ਦੇਸ਼ ਦੇ ਵਿੱਚ, ਤਾਂ ਫੋਕਸ ਹੋਣਾ ਚਾਹੀਦਾ ਕਿ ਹਰ ਵਰਗ ਦੇ, ਹਰ ਰੀਜਨ ਦੇ ਲੋਕਾਂ ਨੂੰ ਫੋਕਸ ਕਰਕੇ ਪਾਲਿਸੀਆਂ ਨੂੰ ਤਿਆਰ ਕੀਤਾ ਜਾਵੇ। ਸੋ ਇਹਦੇ ਵਿੱਚ ਰੂਰਲ ਤੇ ਅਰਬਨ ਦੋਨਾਂ ਨੂੰ ਬਰਾਬਰ ਫੋਕਸ ਦੇਣਾ ਚਾਹੀਦਾ ਸੀ, ਤੇ ਸਭ ਤੋਂ ਵੱਡੀ ਕਮੀ ਇਹੀ ਰਹੀ ਆ ਕਿ ਜ਼ਿਆਦਾ ਫੋਕਸ ਦਿੱਤਾ ਅਰਬਨ ਡਿਵੈਲਪਮੈਂਟ ਤੇ ਇੰਡਸਟਰੀਲਾਈਜੇਸ਼ਨ ਤੇ। ਸੋ ਇਹ ਸੀ ਆਪਣਾ ਟੌਪਿਕ LPG ਦਾ, ਇਕਨੋਮਿਕ ਰਿਫਾਰਮਸ ਦਾ। ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਊਗਾ। ਸੋ ਮੈਂ ਹੁਣ ਨੈਕਸਟ ਲੈਕਚਰ ਦੇ ਵਿੱਚ ਤੁਹਾਡੇ ਨਾਲ ਇਸ ਤੋਂ ਅਗਲਾ ਜਿਹੜਾ ਟੌਪਿਕ ਹੈ ਉਹ ਹੋਊਗਾ ਮਨੀ ਐਂਡ ਬੈਂਕਿੰਗ, ਉਹ ਲੈ ਕੇ ਆਉਂਗੀ, ਤੇ ਉਹ ਟੌਪਿਕ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਮੈਂ ਹੁਣ ਸਬ ਇੰਸਪੈਕਟਰ ਐਗਜ਼ਾਮ ਥੋੜਾ ਨੇੜੇ ਆਉਣ ਵਾਲਾ, ਆਲਮੋਸਟ ਆਪਣੇ ਕੋਲ ਲੈਸ ਦੈਨ 1 ਮੰਥ ਦਾ ਟਾਈਮ ਰਹਿ ਗਿਆ। ਸੋ ਆਈ ਵਿਲ ਟਰਾਈ ਕਿ ਜੋ ਵੀ ਮੇਜਰ ਟੌਪਿਕਸ ਨੇ ਮੈਂ ਪਹਿਲਾਂ ਤੁਹਾਡੇ ਨਾਲ ਉਹ ਡਿਸਕਸ ਕਰ ਲਾਂ, ਬਾਕੀ ਮੈਂ ਤੁਹਾਡੇ ਨਾਲ ਪੂਰੀ ਦੀ ਪੂਰੀ ਇਕਨੋਮਿਕਸ ਹੀ ਕਵਰ ਅਪ ਕਰੂੰਗੀ। ਸੋ ਆਪਣਾ ਪਹਿਲਾ MCQ ਹੈ, ਡੈਸ਼ ਰੈਫਰਸ ਟੂ ਰਿਲੈਕਸੇਸ਼ਨ ਆਫ ਪ੍ਰੋਡਿਊਸ government restriction usually in areas of social and economic policies। ਸੋ ਕਹਿੰਦੇ ਕਿਹੜੀ ਚੀਜ਼ ਹੈ ਇਹਨਾਂ ਦੇ ਵਿੱਚੋਂ ਜਿਹੜੀ ਗਵਰਨਮੈਂਟ ਜਦੋਂ ਜ਼ਿਆਦਾ ਸਟ੍ਰਿਕਟ ਪਾਲਿਸੀਆਂ ਬਣਾ ਲੈਂਦੀ ਆ ਆਪਾਂ ਉਹਨੂੰ ਆਸਾਨ ਕਰਦੇ ਹਾਂ। ਸੋ ਉਹ ਹੈ ਲਿਬਰਲਾਈਜੇਸ਼ਨ। ਇਹਦੇ ਅੰਦਰ ਆਪਾਂ ਕੀ ਕਰਦੇ ਹਾਂ, ਜ਼ਿਆਦਾ ਫਰੀडम ਵਾਲੀ ਅਪਰੋਚ ਰੱਖਦੇ ਹਾਂ। ਰਿਸਟ੍ਰਿਕਟਿਵ ਦੀ ਬਜਾਏ ਆਪਾਂ ਨੇ ਪੜ੍ਹਿਆ ਕਿ ਫਲੈਕਸੀਬਲ ਪਾਲਿਸੀਆਂ ਜਿਹੜੀਆਂ ਆਸਾਨੀ ਦੇ ਨਾਲ ਬਦਲੀਆਂ ਜਾ ਸਕਣ, ਇਹ ਜਿਹਾ ਲੈ ਕੇ ਆਉਂਦੇ ਹਾਂ। ਦੈਨ ਹੈ ਫੋਰਨ ਟ੍ਰੇਡ ਪਾਲਿਸੀ ਹੈਜ਼। ਇਹਨਾਂ ਦੇ ਵਿੱਚੋਂ ਫੋਰਨ ਟ੍ਰੇਡ ਪਾਲਿਸੀ ਦੇ ਵਿੱਚ ਕੀ ਕੀ ਆਉਂਦਾ? ਸੋ ਜਿਹੜੀ ਫੋਰਨ ਟ੍ਰੇਡ ਪਾਲਿਸੀ ਆ ਉਹਦੇ ਵਿੱਚ ਸਾਰਾ ਕੁਝ ਆਉਂਦਾ। ਸੋ ਇਹਦਾ ਸਹੀ ਆਨਸਰ ਹੈ ਆਲ ਆਫ ਅਬਵ। ਸੋ ਮੇਜਰ ਸੈਕਟਰ ਦੇਖੇ ਜਾਂਦੇ ਨੇ ਕਿ ਜਿਨ੍ਹਾਂ ਨੂੰ ਗਰੋਥ ਦੀ ਲੋੜ ਹੈ। ਦੈਨ ਸਟਾਰਟਡ ਸਰਵ ਫਰਮ ਇੰਡੀਆ ਬ੍ਰਾਂਡ, started duty free export credit। So third is disinvestment means selling of a public investment to।
ਸੋ ਆਪਾਂ ਪੜ੍ਹ ਚੁੱਕੇ ਹਾਂ, ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਕਿ ਡਿਸਇਨਵੈਸਟਮੈਂਟ ਦੇ ਅੰਦਰ ਆਪਾਂ ਪਬਲਿਕ ਦੇ ਸ਼ੇਅਰਸ ਕਿਹਦੇ ਅੰਦਰ ਇਨਵੈਸਟ ਕਰਦੇ ਹਾਂ, ਸੋ ਉਹ ਕਰਦੇ ਹਾਂ ਆਪਾਂ ਪ੍ਰਾਈਵੇਟ ਐਂਟਰਪ੍ਰਾਈਜ਼। ਤੇ ਲਾਸਟ MCQ ਹੈ, ਪ੍ਰਾਈਵੇਟਾਈਜੇਸ਼ਨ ਕਿਹਦੇ ਨਾਲ ਅਚੀਵ ਹੋ ਸਕਦੀ ਹੈ। ਸੋ ਪ੍ਰਾਈਵੇਟਾਈਜੇਸ਼ਨ ਜੇ ਕਰਨੀ ਹੈ ਤਾਂ ਆਪਾਂ ਇਹ ਤਿੰਨਾਂ ਚੀਜ਼ਾਂ ਦੇ ਜ਼ਰੀਏ ਕਰ ਸਕਦੇ ਹਾਂ। ਕਿਸੇ ਦੀ ਸ਼ੇਅਰਸ ਖਰੀਦ ਕੇ ਫਰੈਂਚਾਈਜ਼ੀ ਲੈ ਲਓ, ਕਿਸੇ ਨਾਲ ਕੰਟਰੈਕਟ ਕਰ ਲਓ, ਕਿਸੇ ਦੇ 51% ਸ਼ੇਅਰ ਖਰੀਦ ਲਓ। So AC अपना topic economic reforms the I hope you liked the video and understood the concept well. Please do like, share, comment and subscribe to my channel. Share it with your friends and family. Thank you and good luck.